ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲਥ ਟਾਕ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਸੋ ਦੋਸਤੋ, ਹਾਜ਼ਰਾ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਸ ਵਿੱਚ ਅਸੀਂ ਤੁਹਾਨੂੰ ਸਿਹਤ ਸੰਬੰਧੀ ਕੁਝ ਖਾਸ ਗੱਲਾਂ ਤੋਂ ਜਾਣੂ ਕਰਵਾਉਂਦੇ ਹਾਂ। ਸੋ ਜਦੋਂ ਗੱਲ ਆਉਂਦੀ ਹੈ ਸਿਹਤ ਦੀ, ਸਰੀਰ ਦਾ ਹਰ ਅੰਗ ਬਹੁਤ ਜ਼ਰੂਰੀ ਹੈ। ਇਹਨਾਂ ਵਿੱਚੋਂ ਇੱਕ ਹੈ ਜੀ ਸਾਡੇ ਦੰਦ। ਕਹਿੰਦੇ ਆ ਕਿ ਜਦੋਂ ਸਾਡਾ ਫੇਸ ਸਮਾਈਲ ਕਰਦਾ ਹੋਵੇ ਤਾਂ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਆ। ਸੋ ਇੱਕ ਵਧੀਆ ਸਮਾਈਲ ਲਈ ਸਾਡੇ ਦੰਦ ਵੀ ਵਧੀਆ ਹੋਣਾ, ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਡੈਂਟਲ ਟ੍ਰੀਟਮੈਂਟ ਦੇ ਬਾਰੇ ਵਿੱਚ, ਡੈਂਟਲ ਇੰਪਲਾਂਟ ਦੇ ਬਾਰੇ ਵਿੱਚ, ਤੇ ਮਹਾਮਾਰੀ ਦੇ ਦੌਰ ਵਿੱਚ ਇਹ ਟ੍ਰੀਟਮੈਂਟ ਕਿਵੇਂ ਕਰਵਾਈ ਜਾ ਸਕਦੀ ਹੈ, ਇਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਜੀ ਰਣਬਾਜ ਹਸਪੀਟਲ ਤੋਂ ਡਾਕਟਰ ਰਣਦੀਪ ਮਾਨ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਹਮਦਰਦ ਮੀਡੀਆ ਗਰੁੱਪ 'ਚ। बहुत बहुत धन्यवाद तरण। और सब तो पहला सारे ही दर्शकों ने मेरी प्यार के सत्कार भरी सत श्री अकाल। और मैं धन्यवाद करदा हमदर्द मीडिया ग्रुप का कि अज इस माहौल दे विच भी मेरे सारे दर्शकों नाल और सारे मरीजों नाल ताकि सारे सुख शांति सारे परिवारों का और रब की मेहर है। सर काफ़ी लंबे अरसे बाद गलबात हो रही है, क्योंकि अदरवाइज तुसी मोस्टली जो है कैनेडा विच विजिट करते रहने हो। सो लंबे समय बाद इंटरव्यू भी हो रही है। की हाल चाल ने तुहाडे? हाल चाल जी अकाल पुरख की मेहर है। सारे बस अरदास करते हैं कि सुख शांति नाल समा लंघ जाए। समा सख्त है पर यह है भी कहते रब की मेहर होवे तो फिर कहते जी जिन्ना मर्जी समा सख्त होवे फिर लंघ जाए जी। सर समय ਦੇ ਨਾਲ ਚੱਲਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਕਹਿੰਦੇ ਕਿ ਹਰ ਚੀਜ਼ ਸਮੇਂ ਦੇ ਨਾਲ ਬਦਲਦੀ ਜਾਂਦੀ ਆ। ਉਸ ਤਰੀਕੇ ਨਾਲ ਹੀ ਜਿਵੇਂ ਸਾਇੰਸ ਤਰੱਕੀ ਕਰ ਰਿਹਾ, ਇਲਾਜ ਦੀਆਂ ਤਕਨੀਕਾਂ ਵਿੱਚ ਵੀ ਜਿਹੜੀਆਂ ਚੇਂਜਸ ਆਉਂਦੇ ਰਹਿੰਦੇ ਆ। ਰਣਬਾਜ ਹਸਪੀਟਲ ਦੀ ਗੱਲ ਕਰੀਏ, ਲੰਬੇ ਅਰਸੇ ਤੋਂ ਡੈਂਟਲ ਸੇਵਾਵਾਂ ਪ੍ਰਦਾਨ ਕਰ ਰਿਹਾ ਤੇ ਸਮੇਂ ਦੇ ਨਾਲ ਅਪਗ੍ਰੇਡ ਆਪਣੇ ਆਪ ਨੂੰ ਕੀਤਾ ਆ। ਹਰ ਤਰ੍ਹਾਂ ਦੀਆਂ ਟ੍ਰੀਟਮੈਂਟਸ ਇਸ ਵਕਤ ਅਵੇਲੇਬਲ ਹੈਗੀਆਂ। ਸਭ ਤੋਂ ਪਹਿਲਾਂ ਮੈਂ ਜ਼ਰੂਰ ਜਾਣਨਾ ਚਾਹੂੰਗੀ, ਜਿਹੜੇ ਦਰਸ਼ਕ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ, ਰਣਬਾਜ ਹਸਪੀਟਲ ਦੇ ਬਾਰੇ ਵਿੱਚ ਥੋੜੀ ਬਹੁਤ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਸਾਡੇ ਦਰਸ਼ਕ ਜਿਹੜੇ ਇਸ ਵਕਤ ਪਹਿਲੀ ਵਾਰ ਜੁੜੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਸ ਵਕਤ ਇੰਡੀਆ ਦੇ ਵਿੱਚ ਹਾਈਲੀ ਫੈਸਿਲਿਟੀਡ ਪੂਰਾ ਇੱਕ ਹਸਪੀਟਲ ਅਜਿਹਾ ਹੈਗਾ ਜਿਹੜੀਆਂ ਕਿ ਡੈਂਟਲ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦਾ। सर जी कि रनबाज हॉस्पिटल एक विलक्षण कंसैप्ट सीगा डेंटल टूरिज्म नाल लिंक करके एक प्रोजेक्ट शुरू किया और 2012 ਦੇ ਵਿੱਚ शुरू होया। और मतलब आहिस्ता आहिस्ता ਜਿਹੜਾ नंबर है पेशेंट्स का, पेशेंट की फीडबैक लैके पेशेंट्स नाल गलबात करके इंप्रूव करते गए हैं। जिमें जिमें समा बीता गया, जिमें जिमें तुरंत गल की समय नाल निकलना पैंदा बहुत कुछ समय उस समय ने हुण तक सिखाया और ये समा भी सानू बहुत कुछ सिखा के जाए। तो वो जिहड़ा कंसैप्ट मेन सीगा कि मरीज आउंदे सी कहंदे जी कोई गुरदासपुर तो आए, किन्नी दूरों दूरों चल के आउंदे आ इलाज करवाउणा ते उन्हां नूं रहन सहन, उन्हां दे खाण पीण दा, उन्हां दे ਜਿਹੜਾ ਟੂਰ ਟਰੈਵਲ ਦਾ, ਉਹ ਚੀਜ਼ਾਂ ਜਿਹੜੀਆਂ ਨੇ ਪੂਰਾ ਪੈਕੇਜ ਨਹੀਂ ਮਿਲ ਸਕਦਾ ਸੀ ਔਰ ਪੇਸ਼ੈਂਟਸ ਨੂੰ ਕਾਫੀ ਮੁਸ਼ਕਲਾਤ ਆਉਂਦੇ ਸੀ। ਉਹਨੂੰ ਲੈ ਕੇ ਵੀ ਇਹਨੂੰ ਅਸੀਂ ਅਲਟੀਮੇਟਲੀ ਇਸ ਪ੍ਰੋਜੈਕਟ ਦੇ ਵਿੱਚ ਪੇਸ਼ੈਂਟ ਦਾ ਟ੍ਰੀਟਮੈਂਟ ਤੋਂ ਇਲਾਵਾ ਪੇਸ਼ੈਂਟ ਦਾ ਰਹਿਣ ਦਾ ਇੰਤਜ਼ਾਮ, ਪੇਸ਼ੈਂਟ ਦਾ ਖਾਣੇ ਪੀਣੇ ਦਾ, ਔਰ ਜੇ ਪੇਸ਼ੈਂਟ ਨੇ ਕਿਤੇ ਜਾਣਾ ਤਾਂ ਉਹਨੂੰ ਅਸੀਂ ਵਹੀਕਲ ਵੀ ਪ੍ਰੋਵਾਈਡ ਕਰਦੇ ਹਾਂ, ਏਅਰਪੋਰਟ ਤੋਂ ਪਿਕਅਪ ਡ੍ਰੌਪ ਆਊਟ, ਇਹ ਸਾਰੀਆਂ ਚੀਜ਼ਾਂ ਮਤਲਬ ਇੱਕ ਥਾਂ ਦੇ ਉੱਤੇ ਅਸੀਂ ਐਡ ਕੀਤੀਆਂ। ਔਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਪੇਸ਼ੈਂਟ ਸਾਨੂੰ ਗਾਈਡ ਕਰਦੇ ਗਏ, ਅਸੀਂ ਉਹ ਨੀਡਸ ਨੂੰ ਫੁਲਫਿਲ ਕਰਦੇ ਗਏ। ਹਲੇ ਵੀ ਕਹਿੰਦੇ ਵੀ ਆਪਦੇ ਵੱਲੋਂ ਕਾਫੀ ਕੁਛ ਅਸੀਂ ਅਚੀਵ ਕਰ ਰਿਹਾ, ਪਰ ਫਿਰ ਵੀ ਕਹਿੰਦੇ ਜਿਵੇਂ ਸਮਾਂ ਬੀਤਦਾ ਜੀ ਉਹਦੇ ਔਰ ਤੁਸੀਂ ਉਹ ਪੇਸ਼ੈਂਟਸ ਨੂੰ ਉਹ ਚੀਜ਼ਾਂ ਨਵੀਆਂ ਜੋ ਤਕਨੀਕ ਵਰਲਡ ਵਾਈਡ ਚੱਲ ਰਹੀਆਂ ਨੇ, ਜੋ ਵਰਲਡ ਲੈਵਲ ਦੇ ਉੱਤੇ ਇੰਟਰਨੈਸ਼ਨਲ ਸਟੈਂਡਰਡਸ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜੋ ਜਿੰਨਾ ਵੀ ਕੰਮ ਕਰ ਸਕਦੇ ਹਾਂ ਉਸ ਹਸਪੀਟਲ ਨੂੰ ਅਸੀਂ ਉਸ ਲੈਵਲ ਤੇ ਰੱਖਿਆ ਹੈ। ਬਿਲਕੁਲ ਸਰ। ਸਰ ਇਸ ਵਕਤ ਮਹਾਮਾਰੀ ਦੀ ਗੱਲ ਕਰੀਏ, ਕਿਉਂਕਿ ਹਰ ਚੀਜ਼ ਨੂੰ ਪ੍ਰਭਾਵਿਤ ਕੀਤਾ ਮਹਾਮਾਰੀ ਨੇ। ਇਸ ਤੋਂ ਪਹਿਲਾਂ ਕਿ ਮਰੀਜ਼ਾਂ ਲਈ ਤੁਸੀਂ ਕੀ ਹਦਾਇਤਾਂ ਦੇਣਾ ਚਾਹੋਗੇ ਇਸ ਤੇ ਪਹੁੰਚਾਂ, ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗੀ ਕਿ ਇਸ ਦੌਰ ਦੇ ਵਿੱਚ ਰਣਬਾਜ ਹਸਪੀਟਲ ਨੇ ਆਪਣੇ ਆਪ ਵਿੱਚ ਕੀ ਚੇਂਜਸ ਕੀਤੇ ਨੇ? ਦੇਖੋ ਜਿਹੜਾ ਪੁਰਾਣਾ ਟਾਈਮ ਸੀਗਾ ਜੀ, ਹਾਲਾਂਕਿ ਕੁਝ ਮਹੀਨੇ ਹੀ ਹੋਏ ਹੈਗੇ ਆ, ਉਸ ਟਾਈਮ ਦੇ ਉੱਤੇ ਸੀਗਾ ਵੀ ਜਿਵੇਂ ਕਹਿ ਲਓ ਵੀ ਖੁੱਲਾ ਲੰਗਰ ਹੈ, ਜਿਹੜਾ ਮਰਜ਼ੀ ਜਦੋਂ ਮਰਜ਼ੀ ਆ ਜਾਏ ਤੇ ਮਤਲਬ ਅਸੀਂ ਇਹ ਫੈਸਿਲਿਟੀਜ਼ ਵਾਸਤੇ
ਉਹ ਸੇਵਾਵਾਂ ਦੇਣ ਵਾਸਤੇ ਅਸੀਂ ਤਿਆਰ ਸੀ। ਹੂੰ ਬਟ ਕਿਉਂਕਿ ਸਭ ਤੋਂ ਇੰਪੋਰਟੈਂਟ ਹੈ ਸਾਰੇ ਪਰਿਵਾਰਾਂ ਦੀ ਜੋ ਵੀ ਸਾਡੇ ਕੋਲੇ ਚੱਲ ਕੇ ਆ ਰਿਹਾ ਉਹਨਾਂ ਦੀ ਸੇਫਟੀ ਜਿਹੜੀ ਉਹ ਸਾਡੇ ਵਾਸਤੇ ਮੁੱਖ ਹੈ। ਟ੍ਰੀਟਮੈਂਟ ਹੁਣ ਇੱਕ ਸੈਕੰਡਰੀ ਲੈ ਗਿਆ, ਸੈਕੰਡ ਸਟੇਜ ਲੈ ਗਿਆ ਜਾਂ ਸੈਕੰਡ ਪਲੇਸ ਲੈ ਗਿਆ। ਉਹ ਸਾਨੂੰ ਇਹ ਆ ਵੀ ਕੋਈ ਵੀ ਪੇਸ਼ੈਂਟ ਸਾਡੇ ਕੋਲੇ ਆਉਂਦਾ ਉਹ ਪੇਸ਼ੈਂਟ ਨੂੰ ਕੋਈ ਸਾਡੇ ਵੱਲੋਂ ਕੋਈ ਪ੍ਰੋਬਲਮ ਜਾਂ ਉੱਥੇ ਬਾਹਰ ਕਿਉਂਕਿ ਆਪਾਂ ਇਕੱਲੇ ਐਕਸਪੋਜ਼ ਕਰਦੇ ਹਾਂ এনवायरमेंट ਨੂੰ, ਇਹ ਪਤਾ ਨਹੀਂ ਲੱਗਦਾ ਵੀ ਕਿੱਥੇ ਇਹ ਬਿਮਾਰੀ ਦਾ ਅਸਰ ਹੈਗਾ। ਔਰ ਕਿਉਂਕਿ ਕਲੀਨਿਕਸ ਦੇ ਵਿੱਚ ਹਸਪੀਟਲ ਦੇ ਵਿੱਚ ਉੱਥੇ ਪੇਸ਼ੈਂਟਸ ਦੀ ਆਵਾਜਾਈ ਹੁੰਦੀ ਹੈ, ਅਲੱਗ-ਅਲੱਗ ਡਿਪਾਰਟਮੈਂਟਸ ਨੇ। ਸੋ ਉਹ ਚੀਜ਼ਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਅਸੀਂ ਪੇਸ਼ੈਂਟਸ ਨੂੰ ਅਸੀਂ ਸਾਡੇ ਨਾਲ ਜਿਹੜੀ ਕੰਸਲਟੇਸ਼ਨ ਕੀਤੀ ਹੈ ਕਿ ਤੁਸੀਂ ਸਾਡੇ ਨਾਲ ਫੋਨ ਤੇ ਗੱਲਬਾਤ ਕਰ ਲਓ, ਅਸੀਂ ਤੁਹਾਨੂੰ ਕੁਝ ਚੀਜ਼ਾਂ ਸਮਝਾਵਾਂਗੇ, ਉਹ ਚੀਜ਼ਾਂ ਨੂੰ ਤੁਸੀਂ ਪਹਿਲਾਂ ਫਿਰ ਉਸ ਤੋਂ ਬਾਅਦ ਜਦੋਂ ਪੇਸ਼ੈਂਟ ਸਾਡੇ ਕੋਲੇ ਆਊਗਾ ਉਸ ਪੇਸ਼ੈਂਟ ਨੇ ਕਿਵੇਂ ਬੈਠਣਾ, ਕਿਵੇਂ ਆਪਣਾ ਖਿਆਲ ਰੱਖਣਾ, ਬਾਕੀ ਚੀਜ਼ਾਂ ਨੂੰ ਜਿਹੜੀਆਂ ਜੋ ਅਸੀਂ ਹਦਾਇਤਾਂ ਦੇ ਰਹੇ ਹਾਂ ਔਰ ਐਡਵਾਈਸ ਦੇ ਰਹੇ ਹਾਂ ਉਹ ਪੇਸ਼ੈਂਟ ਨੇ ਉਹਨਾਂ ਨੂੰ ਫੋਲੋ ਕਿਵੇਂ ਕਰਨਾ। ਔਰ ਤੀਸਰਾ ਆ ਜਾਂਦਾ ਕਿ ਕਲੀਨਿਕ ਦੇ ਵਿੱਚ ਆ ਕੇ ਕੀ ਚੀਜ਼ਾਂ ਦੀਆਂ ਜਿਹੜੀਆਂ ਨੇ ਉਹ ਜ਼ਰੂਰਤ ਹੈ ਔਰ ਪੇਸ਼ੈਂਟ ਨੂੰ ਸੇਫ ਤੇ ਸਿਕਿਉਰ ਟ੍ਰੀਟਮੈਂਟ ਦਿੱਤਾ ਜਾਵੇ। ਇੱਕ ਕੰਪਲੀਟ ਸੈਟ ਆਫ ਪ੍ਰੋਟੋਕਾਲ ਬਣ ਗਿਆ ਸਾਡਾ। ਔਰ ਉਸ ਚੀਜ਼ ਦਾ ਮਤਲਬ ਜਿਹੜਾ ਪੇਸ਼ੈਂਟ ਨੂੰ ਥੋੜੀ ਜਿਹੀ ਦਿੱਕਤ ਆਉਂਦੀ ਹੈ ਕਿਉਂਕਿ ਆਫਟਰ ਆਲ ਇੱਕ ਮਰੀਜ਼ ਹੈ ਇੰਨੀ ਦੂਰੋਂ ਚੱਲ ਕੇ ਆਇਆ ਔਰ ਉਹਦੇ ਕੋਲ ਸਮਾਂ ਵੀ ਥੋੜਾ। ਸੋ ਮੈਂ ਬੇਨਤੀ ਕਰਦਾ ਕਿ ਸਾਰੇ ਮਰੀਜ਼ਾਂ ਨੂੰ ਜੇ ਕਿਉਂਕਿ ਹੁਣ ਅਪਾਇੰਟਮੈਂਟਸ ਬਣਦੀਆਂ ਕਿ ਤੁਸੀਂ ਜਦੋਂ ਵੀ ਆਉਣਾ ਆਪਣਾ ਸਾਡੇ ਨਾਲ ਰਾਬਤਾ ਪਹਿਲਾਂ ਮਿਲਾਓ ਤਾਂ ਕਿ ਮਤਲਬ ਗੱਲਬਾਤ ਕਰਕੇ ਜਿਹੜੀਆਂ ਚੀਜ਼ਾਂ ਤੁਸੀਂ ਉੱਥੇ ਆ ਕੇ ਸਾਡੀ ਪਹਿਲੀ ਸੈਟਿੰਗ ਦੇ ਉੱਤੇ ਹੋਣੀਆਂ ਨੇ ਉਹ ਅਸੀਂ ਕਵਰ ਕਰ ਲਈਏ ਪਹਿਲਾਂ ਹੀ। ਔਰ ਮਰੀਜ਼ ਆਵੇ ਆ ਕੇ ਉਹਦੀ ਤਿਆਰੀ ਕੀਤੀ ਇਹ ਬੜਾ ਇੰਪੋਰਟੈਂਟ ਇੱਕ ਬੜਾ ਸੈਟ ਆਫ ਪ੍ਰੋਟੋਕਾਲ ਬਣ ਗਿਆ ਜਿਹਦੇ ਨਾਲ ਕੀ ਹੈ ਕਿ ਸਭ ਤੋਂ ਜ਼ਰੂਰੀ ਹੈ ਕਿ ਜੇ ਪੇਸ਼ੈਂਟ ਸੇਫ ਹੈ ਤੇ ਪੇਸ਼ੈਂਟ ਦਾ ਪਰਿਵਾਰ ਵੀ ਸੇਫ ਹੈ ਔਰ ਆਟੋਮੈਟਿਕਲੀ ਸਾਡੀ ਵੀ ਸੇਫਟੀ ਹੈ। ਇਹ ਜ਼ਰੂਰੀ ਹੈ, ਇੰਨਾ ਫਰਕ ਸਾਡਾ ਹੁਣ ਪੈ ਗਿਆ ਜੀ। ਤੇ ਬਾਕੀ ਜਿਹੜਾ ਟ੍ਰੀਟਮੈਂਟ ਦੇ ਦੌਰਾਨ ਦੇ ਉੱਤੇ ਹੁਣ ਸਾਨੂੰ ਮੈਂ ਆਪਾਂ ਜਿਵੇਂ ਹੋਊਗਾ ਮੈਂ ਤੁਹਾਨੂੰ ਪੁੱਛੂੰਗਾ ਵੀ ਪੇਸ਼ੈਂਟ ਦੇ ਮਤਲਬ ਅਸੀਂ ਕੀ ਐਡੀਸ਼ਨਸ ਕੀਤੀਆਂ ਨੇ ਕਿ ਪੇਸ਼ੈਂਟ ਨੂੰ ਕਿਤੇ ਜਾਣ ਦੀ ਲੋੜ ਨਾ ਪਵੇ। ਪੇਸ਼ੈਂਟ ਜੇ ਸਾਡੇ ਕੋਲੇ ਆਇਆ ਤੇ ਅਸੀਂ ਜਿਹੜਾ ਮੇਨਟੇਨ ਕਰ ਰਹੇ ਹਾਂ ਸਾਰਾ ਸਿਕਿਉਰ এনवायरमेंट ਉਸੇ ਦੇ ਵਿੱਚ ਹੀ ਸਾਰਾ ਪੇਸ਼ੈਂਟ ਦਾ ਕੋਈ ਐਕਸ-ਰੇ ਆ, ਕੋਈ CBCT ਆ। ਹੁਣ ਅਸੀਂ ਮਤਲਬ ਜਿਹੜੀ ਨਵੀਂ ਐਡੀਸ਼ਨ ਸਾਡੇ ਕੋਲੇ ਆਈ ਹੈ ਸਭ ਤੋਂ ਜ਼ਰੂਰੀ ਸੀਗਾ ਕਿ ਮਤਲਬ ਕੋਈ ਵੀ ਪੇਸ਼ੈਂਟ ਦਾ ਸਾਡੇ ਕੋਲੇ ਆਉਂਦਾ ਸੀਗਾ ਉਹਦਾ ਬੋਨ ਸਕੈਨ ਹੋਣਾ ਬੜਾ ਜ਼ਰੂਰੀ ਹੈ। ਔਰ ਐਕਸਪੈਂਸਿਵ ਬੋਨਸ ਤੇ ਇਹ 3 ਦਿਨ ਹੀ ਹੋਏ ਉਹ ਇੰਸਟਾਲ ਕਰਾਇਆ ਸੀ ਔਰ ਤਕਰੀਬਨ ਇਹ 50 ਲੱਖ ਦਾ ਤਾਂ ਮਤਲਬ ਇਕੱਲਾ ਹੀ ਪ੍ਰੋਜੈਕਟ ਹੈਗਾ ਜਿਹੜਾ ਕਿ ਪੇਸ਼ੈਂਟ ਨੂੰ ਬੜੀ ਦੂਰ 20 ਕਿਲੋਮੀਟਰ ਜਾ ਕੇ ਕਰਵਾ ਕੇ ਆਉਣਾ ਪੈਂਦਾ ਸੀ। ਫਿਰ ਜਿੱਥੇ ਪੇਸ਼ੈਂਟ ਗਿਆ ਉੱਥੇ ਮਤਲਬ ਕੀ ਮਾਹੌਲ ਹੈ ਉਹਦਾ ਮਤਲਬ ਉੱਥੇ ਕਿੰਨੀ ਕੁ ਸੇਫਟੀ ਹੈ, ਉੱਥੇ ਰਸ਼ ਇੰਨਾ ਹੈਗਾ, ਐਕਸ-ਰੇ ਕਰਾਉਣਾ, ਡੈਂਟਾ ਸਕੈਨ ਕਰਾਉਣਾ ਜਾਂ ਸੀਵਰ ਮਤਲਬ ਤੁਹਾਡਾ ਸਕੈਨ ਕਰਾਉਣਾ ਹੈਗਾ ਬੋਨਸ ਦਾ ਮਤਲਬ ਉਹਦੇ ਚ ਕੀ ਹੈ ਪੇਸ਼ੈਂਟ ਨੂੰ ਤੁਸੀਂ ਇੱਕ ਤਰ੍ਹਾਂ ਦਾ ਐਕਸਪੋਜ਼ ਕਰਤਾ ਪਤਾ ਇੱਕ ਡਿਫਰੈਂਟ এনवायरमेंट ਤੇ ਉਹ ਡਿਫਰੈਂਟ এনवायरमेंट ਤੇ ਕਹਿੰਦੇ ਜ਼ਿੰਮੇਵਾਰੀ ਅਸੀਂ ਆਪਣੀ ਜਗ੍ਹਾ ਦੀ, ਆਪਣੀ ਫੈਸਿਲਿਟੀ ਦੀ, ਆਪਣੀਆਂ ਸਰਵਿਸਿਜ਼ ਦੀ ਜ਼ਿੰਮੇਵਾਰੀ ਜ਼ਰੂਰ ਲੈ ਸਕਦੇ ਹਾਂ ਪਰ ਜਦੋਂ ਪੇਸ਼ੈਂਟ ਕਿਤੇ ਬਾਹਰ ਚਲਾ ਗਿਆ ਤਾਂ ਆਟੋਮੈਟਿਕਲੀ ਉਹ ਜਿਹੜੀ ਹੈ ਨਾ ਉਹ ਪਾਰਟ ਵੀਕ ਰਹਿ ਜਾਂਦਾ ਸੀ ਔਰ ਉਹਨੂੰ ਮੁੱਖ ਰੱਖਦੇ ਹੋਏ ਸਾਡਾ ਇਹ ਸਭ ਤੋਂ ਜ਼ਰੂਰੀ ਸੀ ਡੈਂਟਲ ਇੰਪਲਾਂਟ ਵਾਸਤੇ ਸਾਡੇ ਕੋਲ ਪੇਸ਼ੈਂਟ ਆਇਆ ਉਹਨੂੰ ਹਰ ਚੀਜ਼ ਇੱਥੇ ਹੀ ਪ੍ਰੋਵਾਈਡ ਕਰਕੇ ਕੰਪਲੀਟ ਕਰਕੇ ਔਰ ਪੇਸ਼ੈਂਟ ਨੂੰ ਆਪਣੇ ਘਰ ਵਾਪਸ ਭੇਜ ਦਿੱਤਾ ਜੀ। ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ ਤੇ ਪੇਸ਼ੈਂਟਸ ਲਈ ਅਪਾਇੰਟਮੈਂਟ ਬਣਾਉਣਾ ਪਹਿਲਾਂ ਬਹੁਤ ਜ਼ਰੂਰੀ ਹੈ ਤਾਂ ਕਿ ਫਸਟ ਸਿਟਿੰਗ ਦੇ ਵਿੱਚ ਜਿਹੜੀਆਂ ਤੁਸੀਂ ਕਵਰ ਕਰਦੇ ਸੀ ਉਹ ਘਰ ਬੈਠੇ ਹੀ ਉਹ ਚੀਜ਼ਾਂ ਵੱਲ ਧਿਆਨ ਦਿੱਤਾ ਜਾ ਸਕੇ। ਜੇਕਰ ਜਿਵੇਂ ਪਹਿਲਾਂ ਹੁੰਦਾ ਸੀ ਆਪਾਂ ਦੇਖਦੇ ਸੀ ਕਿ ਇੱਕ ਦਿਨ ਵਿੱਚ ਦੰਦ ਲੱਗ ਜਾਂਦਾ ਸੀ ਐਂਡ ਆਲ ਦੈਟ ਕਿ ਉਹ ਟ੍ਰੀਟਮੈਂਟਸ ਹੁਣ ਵੀ ਅਵੇਲੇਬਲ ਹੈਗੀਆਂ ਜਾਂ ਉਹਦੇ ਵਿੱਚ ਵੀ ਕੁਝ ਚੇਂਜਸ ਕੀਤੇ ਗਏ ਨੇ? ਉਹ ਟ੍ਰੀਟਮੈਂਟ ਅਸੀਂ ਹੁਣ ਵੀ ਅਵੇਲੇਬਲ ਹੈ। ਉਹਦੇ 'ਚ ਫਰਕ ਕੀ ਹੈ ਕਿ ਅੱਗੇ ਪੇਸ਼ੈਂਟ ਲੈਂਡ ਕੀਤਾ ਅਸੀਂ ਸਿੱਧਾ ਮਤਲਬ ਪੇਸ਼ੈਂਟ ਨੂੰ ਕੋਈ ਸਵਾਲ ਨਹੀਂ ਸੀ ਹੁੰਦਾ, ਪੇਸ਼ੈਂਟ ਬਿਨਾਂ ਕਿਸੇ ਅਪਾਇੰਟਮੈਂਟ ਤੋਂ ਸਿੱਧਾ ਆ ਜਾਂਦੇ ਸੀ। ਅਸੀਂ ਵੀ ਵਰ ਸਟਿਲ ਅਵੇਲੇਬਲ, ਕੋਈ ਨਹੀਂ ਜੇ ਦਿਨ ਰਾਤ ਕਰਕੇ ਅਸੀਂ
ਕਰ ਦਿਆਂਗੇ ਟ੍ਰੀਟਮੈਂਟ ਜੋ ਵੀ ਹੋਇਆ। ਜੀ ਬਟ ਹੁਣ ਫਰਕ ਇਹ ਹੈਗਾ ਕਿ ਸੇਫਟੀ ਬਹੁਤ ਜ਼ਰੂਰੀ ਹੈ। ਉਹ ਪੇਸ਼ੈਂਟ ਨੂੰ ਗੱਲਬਾਤ ਅਸੀਂ ਜੋ ਪੜ੍ਹ ਲਵੇ ਉਹਦੇ ਚ ਕੀ ਹਦਾਇਤਾਂ ਨੇ, ਕੀ ਚੀਜ਼ਾਂ ਨੇ ਜਿਹੜੀਆਂ ਕਿ ਇਸ ਬਿਮਾਰੀ ਨਾਲ ਲਿੰਕਡ ਹੈਗੀਆਂ ਨੇ, ਉਹ ਕੁਐਸਚਨੇਅਰ ਬਣਾਇਆ। ਉਹ ਕੁਐਸਚਨੇਅਰ ਪਹਿਲਾਂ ਪੜ੍ਹ ਕੇ ਪੇਸ਼ੈਂਟ ਨੇ ਸਾਡੇ ਨਾਲ ਫੋਨ ਤੇ ਗੱਲਬਾਤ ਕਰ ਲੈਣੀ। ਅਸੀਂ ਪੇਸ਼ੈਂਟ ਨੂੰ ਆਉਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹਨਾਂ ਦੀ ਐਂਟੀਬਾਇਓਟਿਕਸ ਹੋ ਗਏ, ਉਹਨਾਂ ਦੀ ਕੋਈ ਚੀਜ਼ਾਂ ਨੇ, ਉਹ ਚੀਜ਼ਾਂ ਨੂੰ ਲੈ ਕੇ ਮਤਲਬ ਅਸੀਂ ਪਹਿਲਾਂ ਤਿਆਰੀ ਸ਼ੁਰੂ ਕਰਾ ਦੇਣੀ ਹੈਗੀ ਹੈ, ਤਾਂ ਕਿ ਪੇਸ਼ੈਂਟ ਆਵੇ ਵਕਤ ਫਿਰ ਵੀ ਜਿਹੜਾ ਹੈਗਾ ਉਹ ਮਤਲਬ ਵੈਰੀ ਇੰਪੋਰਟੈਂਟ ਕਿ ਮਤਲਬ ਤੁਸੀਂ ਉਹਨਾਂ ਦਾ ਵਕਤ ਜ਼ਾਇਆ ਨਾ ਹੋ। ਉਹ ਪੇਸ਼ੈਂਟ ਆ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਟ੍ਰੀਟਮੈਂਟ ਕਰਵਾ ਕੇ ਉਸੇ ਟਾਈਮ ਦੇ ਵਿੱਚ, ਉਨੇ ਹੀ ਟਾਈਮ ਦੇ ਵਿੱਚ ਸਾਡੀ ਜਿਹੜੀ ਸੇਵਾ ਹੈ ਉਹ ਕੰਪਲੀਟ ਕਰ ਦਿੱਤੀ ਜਾਵੇ। ਰਾਦਰ ਅਸੀਂ ਹੁਣ ਥੋੜਾ ਜਿਹਾ ਸਪੀਡ ਅਪ ਕਰਤਾ ਹੈਗਾ ਕਿ ਪੇਸ਼ੈਂਟ ਦਾ ਐਕਸਪੋਜ਼ਰ ਮਿਨੀਮਮ ਹੋਣਾ ਚਾਹੀਦਾ ਹਸਪੀਟਲ ਦੇ ਵਿੱਚ। ਪੇਸ਼ੈਂਟ ਆਇਆ ਉਹਨੂੰ ਬੈਠਣਾ ਨਾ ਪਵੇ, ਆ ਕੇ ਸਿੱਧਾ ਮਤਲਬ ਕਲੀਨਿਕ ਚ ਆਇਆ, ਉਹਦਾ ਕੀਤਾ ਸੋ ਦੈਟ ਮਤਲਬ ਕਹਿੰਦੇ ਜੀ ਜਿੰਨਾ ਤੁਸੀਂ ਬਾਹਰ ਆਪਣੇ ਆਪ ਨੂੰ ਪ੍ਰਮੋਟ ਕਰੋਗੇ, ਹਾਲਾਂਕਿ ਆਪਾਂ ਲੋਕਾਂ ਨੇ ਬਿਜ਼ਨਸ ਵੀ ਚਲਾਉਣਾ ਸਭ ਕੁਝ ਹੈ, ਬਟ ਇਹ ਆ ਵੀ ਜਿਹੜੀਆਂ ਚੀਜ਼ਾਂ ਉਹ ਗਾਈਡਲਾਈਨਸ ਵਰਲਡ ਹੈਲਥ ਆਰਗੇਨਾਈਜੇਸ਼ਨ ਕਰ ਰਹੀ ਹੈ, ਹੈਲਥ ਡਿਪਾਰਟਮੈਂਟ, ਪਬਲਿਕ ਸੇਫਟੀ ਡਿਪਾਰਟਮੈਂਟ, ਇਹ ਸਾਰੇ ਦੁਨੀਆ ਆਪਣੀਆਂ ਇਸ਼ੂ ਕਰ ਰਹੇ ਗਾਈਡਲਾਈਨਸ, ਆਪਾਂ ਉਹਨਾਂ ਨੂੰ ਫੋਲੋ ਕਰਨਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ। ਜੀ ਸਰ, ਤੁਸੀਂ ਗਾਈਡਲਾਈਨਸ ਦੀ ਗੱਲ ਕੀਤੀ ਹੈ, ਇਸ ਵੇਲੇ ਖਾਸ ਤੌਰ ਤੇ ਹਸਪੀਟਲ ਦੀ ਗੱਲ ਕਰੀਏ, ਮਰੀਜ਼ਾਂ ਦੀ ਵੀ ਆਮਦ ਰਹਿੰਦੀ ਹੈ, ਉੱਥੇ ਸਟਾਫ ਵੀ ਹੈਗਾ, ਸੋ ਕਿੰਨੇ ਕਿ ਇਸ ਵਕਤ ਉੱਥੇ ਅਲਾਉ ਹੈਗੇ ਆ ਆਉਣੇ ਇੱਕ ਵਾਰ ਦੇ ਵਿੱਚ ਪੇਸ਼ੈਂਟਸ, ਤੇ ਹਸਪੀਟਲ ਵੱਲੋਂ ਖਾਸ ਤੌਰ ਤੇ ਕੀ ਸੁਰੱਖਿਆ ਮਾਪਦੰਡ ਅਪਣਾਏ ਜਾ ਰਹੇ ਨੇ? ਦੇਖੋ, ਜਿਹੜਾ ਪੇਸ਼ੈਂਟ ਸਾਡੇ ਕੋਲੇ ਆ ਗਿਆ, ਮੰਨ ਲਓ ਆਪਾਂ ਫਸਟ ਸਟੈਪ ਦੀ ਗੱਲ ਕਰ ਰਹੇ ਹਾਂ ਕਿ ਪੇਸ਼ੈਂਟ ਨਾਲ ਕੰਸਲਟੇਸ਼ਨ ਆਪਾਂ ਫੋਨ ਤੇ ਗੱਲ ਕਰਦੀ ਔਰ ਉਹਨਾਂ ਨੂੰ ਆਪਣਾ ਪ੍ਰਿਸਕ੍ਰਿਪਸ਼ਨ ਦੇਤੀ, ਉਹਨਾਂ ਨੇ ਜੋ ਟ੍ਰੀਟਮੈਂਟ ਸਾਰਾ ਪੇਸ਼ੈਂਟ ਤੋਂ ਬਾਅਦ ਪੇਸ਼ੈਂਟ ਜਦੋਂ ਹਸਪੀਟਲ ਆਉਂਦਾ ਹੈ, ਪੇਸ਼ੈਂਟ ਦੇ ਜੀ ਮਤਲਬ ਐਂਟਰ ਕਰਦਿਆਂ ਸਾਰ ਜਿਹੜਾ ਸੈਨੀਟਾਈਜ਼ ਕਰਨੇ, ਹੈਂਡ ਸੈਨੀਟਾਈਜ਼ ਕਰ ਲਏ। ਈਵਨ ਸਾਡੇ ਮਤਲਬ ਇਹ ਤਾਂ ਹਾਈਪੋਕਲੋਰਾਈਡ ਕਹਿੰਦੇ, ਆਈਸੋਪ੍ਰੋਪਾਈਲ ਐਲਕੋਹਲ ਹੈਗਾ, ਉਹਦਾ ਜਿਹੜਾ ਥੋੜਾ ਸਪਰੇ ਜਿਹੜਾ ਕਰਕੇ ਉਸ ਤੋਂ ਬਾਅਦ ਪੇਸ਼ੈਂਟ ਲੌਬੀ ਚ ਆ ਜਾਂਦਾ ਹੈ। ਲੌਬੀ ਚ ਅਸੀਂ ਪੇਸ਼ੈਂਟ ਨੂੰ ਐਡਵਾਈਸ ਕਰਦੇ ਕਿ ਜੀ ਤੁਸੀਂ ਮਤਲਬ ਕਿਸੇ ਵੀ ਚੀਜ਼ ਨੂੰ ਹੱਥ ਨਾ ਲਗਾਓ ਔਰ ਕੋਸ਼ਿਸ਼ ਕਰੋ ਕਿ ਮਤਲਬ ਤੁਹਾਡੇ ਹੱਥ ਦੇ ਉੱਤੇ ਜੇ ਕੋਈ ਵਾਚ ਹੈ ਜਾਂ ਕੋਈ ਹੋਰ ਚੀਜ਼ਾਂ ਨੇ ਕਿ ਤੁਹਾਡੇ ਕਿਸੇ ਚੀਜ਼ ਦਾ ਜ਼ਿਆਦਾ ਇੱਧਰ ਉੱਧਰ ਲੱਗੇ ਨਾ, ਕਿਉਂਕਿ ਜਿਹੜਾ ਲੌਬੀ ਹੈ ਸਾਡੀ ਜਿੱਥੇ ਪੇਸ਼ੈਂਟ ਦਾ ਵੇਟਿੰਗ ਏਰੀਆ, ਉਸ ਵੇਟਿੰਗ ਏਰੀਆ ਦੇ ਵਿੱਚ ਪਹਿਲੀ ਗੱਲ ਤਾਂ ਮਤਲਬ ਅਸੀਂ ਪੇਸ਼ੈਂਟ ਨੂੰ ਬੁਲਾਉਣਾ ਹੀ ਇਸ ਹਿਸਾਬ ਨਾਲ ਅਪਾਇੰਟਮੈਂਟ ਤੇ ਹੈ ਕਿ ਪੇਸ਼ੈਂਟ ਸਿੱਧਾ ਆਵੇ, ਆਪਣਾ ਸਟਰਲਾਈਜ਼ ਹੋ ਕੇ ਤੇ ਕਲੀਨਿਕ ਚ ਆ ਜਾਏ। ਔਰ ਜੇ ਮੰਨ ਲਓ ਕਿਤੇ ਖੁਦਾ ਨਾ ਖਾਸਤਾ ਕੋਈ ਪੇਸ਼ੈਂਟ ਉੱਥੇ ਆਲਰੇਡੀ ਅੰਦਰ ਹੈ, ਲੰਬਾ ਹੋ ਗਿਆ, ਕਿਉਂਕਿ ਪਤਾ ਨਹੀਂ ਲੱਗਦਾ, ਕਈ ਵਾਰੀ ਟ੍ਰੀਟਮੈਂਟ ਲੰਬਾ ਹੋ ਜਾਂਦਾ, ਬਟ ਅਸੀਂ ਪੇਸ਼ੈਂਟ ਦੇ ਵਿੱਚ ਜਿੱਥੇ ਅਸੀਂ 10-10 15-15 ਪੇਸ਼ੈਂਟ ਰੋਜ਼ ਦੇ ਕਰਦੇ ਸੀ, ਉੱਥੇ ਅਸੀਂ ਰਿਡਿਊਸ ਕਰਕੇ 2 ਤੋਂ 3 ਪੇਸ਼ੈਂਟ ਕਰਤੇ, ਤਾਂ ਕਿ ਮਤਲਬ ਜਿਹੜਾ ਸਾਨੂੰ ਕਲੀਨਿਕ ਸਟਰਲਾਈਜ਼ ਕਰਨ ਦਾ ਟਾਈਮ ਮਿਲੇ। ਪੇਸ਼ੈਂਟ ਆਇਆ, ਪੇਸ਼ੈਂਟ ਨੂੰ ਮਤਲਬ ਅਸੀਂ ਉਹਦਾ ਪੀਪੀ ਕਿਟ ਆ ਗਈ, ਉਹਦਾ ਗਾਊਨ ਪਾਉਣਾ, ਉਹਨੂੰ ਪੇਸ਼ੈਂਟ ਨੂੰ ਮਤਲਬ ਰੈਡੀ ਕਰਨਾ, ਉਹਦੇ ਮਾਊਥ ਵਾਸ਼ ਕਰਾਉਣੇ ਹੈਗੇ ਆ, ਸੋ ਉਹਦਾ ਪਲੱਸ ਜਦੋਂ ਪੇਸ਼ੈਂਟ ਦੇ ਸ਼ੂ ਕਵਰਸ ਹੈ, ਹੈਂਡਸ ਦੇ ਉੱਤੇ ਗਲਵਜ਼ ਹੈ, ਇਹ ਸਾਰੀਆਂ ਚੀਜ਼ਾਂ ਨੂੰ ਕੰਪਲੀਟ ਕਰਕੇ ਪੇਸ਼ੈਂਟ ਫਿਰ ਉਹ ਤੋਂ ਬਾਅਦ ਕਲੀਨਿਕ ਚ ਆ ਜਾਏ। ਸੋ ਇਹ ਫਰਕ ਕੀ ਹੈਗਾ ਕਿ ਪਹਿਲਾਂ ਪੇਸ਼ੈਂਟ 6-6 5-5 6-6 ਬਾਹਰ ਵੇਟ ਕਰਦੇ ਹੁੰਦੇ ਸੀਗੇ ਲੌਬੀ, ਹੁਣ ਅਸੀਂ ਜਿਹੜਾ ਹੈਗਾ ਪੇਸ਼ੈਂਟ ਨੂੰ ਵੇਟ ਨਹੀਂ ਕਰਾਈਦਾ। ਪੇਸ਼ੈਂਟ ਸਾਡੇ ਕੋਲੇ ਹਸਪੀਟਲ ਦੇ ਵਿੱਚ ਆਇਆ, ਸਾਡੇ ਕਲੀਨਿਕ 'ਚ ਉਹ ਸਿੱਧਾ ਆਵੇ, ਉਹਦਾ ਟ੍ਰੀਟਮੈਂਟ ਕੀਤਾ ਐਂਡ ਸੈਂਡ ਆਫ ਕਰ ਦਿੱਤਾ ਜਾਵੇ। ਔਰ ਪੇਸ਼ੈਂਟਸ ਵਾਸਤੇ ਮਤਲਬ ਵੇਟਿੰਗ ਹਾਲ ਦੇ ਵਿੱਚ ਜਿਹੜਾ ਉਹ ਵੀ ਕੋਸ਼ਿਸ਼ ਕਰਦੇ ਕਿ ਬੈਠਣ ਦੀ ਜ਼ਰੂਰਤ ਨਾ ਪਵੇ। ਜੀ ਜੀ ਬਿਲਕੁਲ ਸਰ, ਪੇਸ਼ੈਂਟਸ ਦੀ ਗੱਲ ਕਰੀਏ, ਉਹਨਾਂ ਲਈ ਕੀ ਜ਼ਰੂਰੀ ਹਦਾਇਤਾਂ ਇਸ ਵਕਤ ਜਾਰੀ ਕੀਤੀਆਂ ਗਈਆਂ ਨੇ? ਦੇਖੋ ਗੱਲ ਹੈ ਜੀ, ਇੱਕ ਸਾਡਾ ਫਾਰਮ ਬਣਿਆ ਹੋਇਆ ਹੈਗਾ ਜਿਹੜਾ ਕਿ ਮਤਲਬ ਹੁਣ ਤਾਂ ਵਰਲਡ ਵਾਈਡ ਸਾਰੇ ਆਪਾਂ ਗੱਲਬਾਤ ਕਰਦੇ ਆ ਕਿ ਪੇਸ਼ੈਂਟ ਨੂੰ ਕੋਈ ਬੁਖਾਰ ਤਾਂ ਨਹੀਂ ਹੋਏ, ਕੋਈ ਜ਼ੁਕਾਮ ਤਾਂ ਨਹੀਂ ਹੈ, ਕੋਈ ਛਿੱਕਾਂ ਤਾਂ ਨਹੀਂ ਆਉਂਦੀਆਂ, ਕੋਈ ਹੋਰ ਮਤਲਬ ਇਹ ਚੀਜ਼ਾਂ ਜਿਹੜੇ ਟੈਂਪਰੇਚਰ ਰਿਲੇਟਡ ਹੈ ਜਾਂ ਕੋਈ ਸਾਹ ਦੀ ਤਕਲੀਫ ਤਾਂ ਨਹੀਂ ਹੈਗੀਆਂ। ਇਹ ਸਾਰਾ ਕੁਐਸਚਨੇਅਰ ਬਣਾਇਆ ਹੋਇਆ, ਉਹ ਪੇਸ਼ੈਂਟ ਨੇ ਪੜ੍ਹ ਕੇ ਉਹਨੂੰ ਟਿਕ ਮਾਰ ਕਰਨਾ, ਯੈਸ ਨੋ ਕਰਨਾ ਹੈਗਾ, ਔਰ ਉਹਦੇ ਚ ਕੀ ਹੈਗਾ ਪੇਸ਼ੈਂਟ ਦੀ ਕਲੈਰਿਟੀ ਹੋ ਜਾਂਦੀ ਹੈ ਕਿ ਪੇਸ਼ੈਂਟ ਨੂੰ ਮਤਲਬ ਕੋਈ ਦਿੱਕਤ ਆਉਂਦੀ ਹੈਗੀ ਹੈ। ਸੋ ਜੇ ਦਿੱਕਤ ਹੈ ਉਹਨੂੰ ਆਪਾਂ ਮਤਲਬ ਪਹਿਲਾਂ ਕਲੀਅਰ ਕਰ ਲਈਏ ਕਿ 4-5 ਦਿਨ ਜਿਹੜਾ ਪੇਸ਼ੈਂਟ ਨੂੰ ਕੰਸਲਟੇਸ਼ਨ ਦਿੱਤੀ ਹੈ, 4-5 ਦਿਨ ਉਹਨੇ ਐਂਟੀਬਾਇਓਟਿਕ ਲੈ ਲਿਆ, ਆਪਦਾ ਵੇਟ ਕਰ ਲਿਆ,
ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਅੱਗੇ ਜਾ ਕੇ ਪੇਸ਼ੈਂਟ ਨੂੰ ਜਿਵੇਂ ਜਦੋਂ ਆਇਆ ਉਦੋਂ ਮਤਲਬ ਇਹ ਚੀਜ਼ਾਂ ਸਾਰੀਆਂ ਕਵਰ ਅਪ ਹੋ ਚੁੱਕੀਆਂ। ਸੋ ਇਹ ਜ਼ਰੂਰੀ ਹੈ ਸਭ ਤੋਂ ਪਹਿਲਾਂ। ਜੀ ਸਰ, ਜਿਵੇਂ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ ਕਿ ਇਹ ਚੀਜ਼ਾਂ ਕਵਰ ਅਪ ਕਰਨੀਆਂ ਜ਼ਰੂਰੀ ਨੇ, ਇੱਕ ਗੱਲ ਹੋ ਰਿਹਾ ਕਿ ਮਰੀਜ਼ਾਂ ਦੇ ਜ਼ਿਹਨ ਵਿੱਚ ਇਹ ਵੀ ਹੈ ਕਿ ਕੀ ਹੁਣ ਇਸ ਵੇਲੇ ਇਲਾਜ ਕਰਾਉਣ ਦਾ ਸਹੀ ਸਮਾਂ ਹੈਗਾ ਆ। ਕਈ ਵਾਰੀ ਇਹ ਹੁੰਦਾ ਦਿਮਾਗ ਦੇ ਵਿੱਚ ਕਿ ਮਹਾਮਾਰੀ ਦਾ ਦੌਰ ਚੱਲ ਰਿਹਾ ਤਾਂ ਅਜਿਹੇ ਵਿੱਚ ਕੀ ਡੈਂਟਲ ਸਰਵਿਸਿਜ਼ ਮਿਲ ਰਹੀਆਂ ਹੋਣਗੀਆਂ ਜਾਂ ਬੰਦ ਹੋ ਗਈਆਂ ਹੋਣੀਆਂ ਨੇ, ਕਿਉਂਕਿ ਵੱਖਰੇ ਦੇਸ਼ਾਂ ਦੇ ਵੱਖਰੇ ਸਿਸਟਮਸ ਹੁੰਦੇ ਨੇ। ਸੋ ਇੱਥੇ ਗੱਲ ਕਰੀਏ, ਕੀ ਤੁਹਾਨੂੰ ਕੀ ਲੱਗ ਰਿਹਾ ਕਿ ਇਸ ਵਕਤ ਡੈਂਟਲ ਸਰਵਿਸਿਜ਼ ਲੈਣ ਦਾ ਸਹੀ ਸਮਾਂ ਹੈਗਾ ਆ? ਦੇਖੋ, ਡੈਂਟਲ ਸਰਵਿਸਿਜ਼ ਦੇ ਵਿੱਚ ਨਾ ਜੀ ਪ੍ਰੋਸੀਜਰਸ ਆ ਜਾਂਦੇ ਹੈਗੇ ਆ, ਅਲੱਗ-ਅਲੱਗ ਪ੍ਰੋਸੀਜਰ ਨੇ ਜਿਹਦੇ ਚ ਜਿਹੜਾ ਮੇਨ ਜਿੱਥੇ ਪ੍ਰੋਬਲਮ ਸਾਨੂੰ ਆ ਰਹੀ ਹੈ ਕਿ ਐਰੋਸੋਲ ਪ੍ਰੋਡਕਸ਼ਨ। ਫॉर एग्जांपल ਤੁਸੀਂ ਕਰਾਊਨ ਕਟਿੰਗ ਕਰਨੀ ਹੈ ਜਾਂ ਮਤਲਬ ਰੂਟ ਕਨਾਲ ਕਰਨੀ ਹੈ, ਉੱਥੇ ਤੁਹਾਡੀ ਡ੍ਰਿਲਿੰਗ ਮਸ਼ੀਨਸ ਯੂਜ਼ ਹੋਣ। ਜਿੱਥੇ ਡ੍ਰਿਲਿੰਗ ਮਸ਼ੀਨ ਯੂਜ਼ ਹੋਗੀ ਉੱਥੇ ਐਰੋਸੋਲ ਪ੍ਰੋਡਕਸ਼ਨ ਹੁੰਦੀ ਹੈ ਔਰ ਉਹ ਕਾਫੀ ਦੇਰ ਜਿਹੜਾ ਹੈਗਾ ਇਹ ਐਰੋਸੋਲਸ ਰਹਿ ਜਾਂਦੇ ਆ ਔਰ ਉਹਨਾਂ ਨੂੰ ਸੈਟਲ ਕਰਨ ਵਾਸਤੇ ਬੜਾ ਟਾਈਮ ਲੱਗਦਾ। ਇਸੇ ਕਰਕੇ ਅਸੀਂ ਪੇਸ਼ੈਂਟ ਜਿਹੜੇ ਹੈਗੇ ਆ ਉਹਨੂੰ ਪੇਸ਼ੈਂਟ ਦੇ 1.5-2 ਘੰਟੇ ਸਾਡਾ ਕਲੀਨਿਕ ਬੰਦ ਹੋ ਜਾਂਦਾ। ਸੋ ਮਤਲਬ ਇਨਕਰੀਜ਼ ਇਨ ਦ ਨੰਬਰ ਆਫ ਦ ਕਲੀਨਿਕਸ। ਸੋ ਕਲੀਨਿਕਸ ਜਿਹੜੇ ਹੈਗੇ 4 ਦੀ ਥਾਂ ਤੇ ਅਸੀਂ 5 ਕਰਤੇ ਆ ਤਾਂ ਕਿ ਪੇਸ਼ੈਂਟ ਜਿਹੜਾ ਇਹ ਇੱਕ ਕਲੀਨਿਕ ਯੂਜ਼ ਹੋਇਆ ਉਹ ਪੇਸ਼ੈਂਟ ਜਿਹੜਾ ਉਹ ਕਲੀਨਿਕ ਦੁਬਾਰਾ 2 ਘੰਟੇ ਜਿਹੜਾ ਉਹ ਯੂਜ਼ ਨਾ ਕੀਤਾ ਜਾਵੇ। ਔਰ ਮਤਲਬ ਸਰਜਰੀ ਦਾ ਅਲੱਗ ਹੋ ਗਿਆ, ਰੂਟ ਕਨਾਲ ਵਾਸਤੇ ਅਲੱਗ ਕਰਤਾ, ਕੋਈ ਹੋਰ ਜਿਹੜੇ ਪ੍ਰੋਸੀਜਰ ਹੈਗੇ ਉਹਨਾਂ ਵਾਸਤੇ ਅਲੱਗ ਕਰਤਾ। ਅਸੀਂ ਆਪਣੀ ਉਸ ਹਿਸਾਬ ਨਾਲ ਤਿਆਰੀ ਕੀਤੀ ਹੈ ਕਿ ਮਤਲਬ ਕਿਸੇ ਵੀ ਇੱਕ ਪੇਸ਼ੈਂਟ ਦਾ ਜੇ ਕੋਈ ਮੰਨ ਲਓ ਕਿਤੇ ਐਰੋਸੋਲ ਪ੍ਰੋਡਕਸ਼ਨ ਅਸੀਂ ਕੋਈ ਐਸਾ ਪ੍ਰੋਸੀਜਰ ਹੋਇਆ ਉਸ ਕਲੀਨਿਕ ਨੂੰ ਦੁਬਾਰਾ ਯੂਜ਼ ਨਾ ਕੀਤਾ ਜਾਵੇ। ਉੱਥੇ ਮਤਲਬ ਇੱਕ ਪੇਸ਼ੈਂਟ ਅੱਗੇ ਤਾਂ ਸਭ ਨੂੰ ਵੀ 5-5 ਪੇਸ਼ੈਂਟ ਵੀ ਕਰ ਲਈਦੇ ਸੀਗੇ, ਬਟ ਹੁਣ ਬੰਦ ਕਰ ਦਿੱਤਾ। ਅਸੀਂ ਸਿਰਫ ਇੱਕੋ ਹੀ ਪੇਸ਼ੈਂਟ ਕੀਤਾ ਐਂਡ ਚੈਪਟਰ ਕਲੋਜ਼ਡ। ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਦੂਜੀਆਂ ਹੋਰ ਡਿਫਰੈਂਟ ਅਪਾਇੰਟਮੈਂਟਸ ਤੇ ਦੇਖ ਕੇ ਕੋਸ਼ਿਸ਼ ਦੇਖੋ ਗੱਲ ਇਹ ਹੈ ਜੀ ਵੀ ਕਿ ਜਿੰਨੇ ਸੇਫਟੀ ਨੋਰਮਸ ਹੈਗੇ ਆ, ਬਾਕੀ ਤਾਂ ਜਿਹੜੀਆਂ ਅਲੱਗ-ਅਲੱਗ ਕੰਟਰੀਜ਼ ਆ ਉਹਨਾਂ ਦੇ ਹੁਣ ਜਿਵੇਂ ਸਾਡੇ ਡੈਂਟਲ ਗਾਈਡਲਾਈਨਸ ਆ ਉਹ ਅਲੱਗ ਇਸ਼ੂ ਹੋਈਆਂ ਵੀ ਆ। ਸੋ ਇਹ ਚੀਜ਼ਾਂ ਨੂੰ ਲੈ ਕੇ ਹੁਣ ਜਿਹੜਾ ਕੰਮ ਤਾਂ ਚੱਲ ਰਿਹਾ ਹੈਗਾ ਬਟ ਉਹਨੂੰ ਕੰਮ ਕਰਨ ਦਾ ਤਰੀਕਾ ਔਰ ਉਹਦਾ ਇੱਕ ਨੋਰਮਸ ਆ, ਉਹਦੇ ਰੈਗੂਲੇਸ਼ਨਸ ਆ, ਉਹ ਡਿਫਰੈਂਟ ਹੋ ਗਏ ਆ। ਸੋ ਮਤਲਬ ਅਸੀਂ ਰੈਗੂਲੇਸ਼ਨ ਤੋਂ ਬਾਹਰ ਨਹੀਂ ਜਾਣਾ। ਜੋ ਨੋਰਮਸ ਗਵਰਨਮੈਂਟ ਨੇ ਲੈ ਕੀਤੇ ਅਸੀਂ ਉਹਨਾਂ ਨੂੰ ਫੋਲੋ ਕਰਨਾ ਔਰ ਉਹਨਾਂ ਨੂੰ ਫੋਲੋ ਕਰਕੇ ਪੇਸ਼ੈਂਟ ਦੀ ਸੇਫਟੀ ਵਾਸਤੇ ਜੋ ਹੋ ਸਕਦਾ ਅਸੀਂ ਵੀ ਵਿਲ ਵਰਕ ਲਾਈਕ ਦੈਟ। ਵੀ ਆਰ ਵਰਕਿੰਗ ਅਕੋਰਡਿੰਗ। ਜੀ ਬਿਲਕੁਲ ਸਰ, ਇੱਕ ਤਾਂ ਹੋ ਗਿਆ ਇਲਾਜ ਕਰਨਾ, ਇੱਕ ਹੁੰਦਾ ਇਲਾਜ ਤੋਂ ਬਾਅਦ ਉਸ ਚੀਜ਼ ਨੂੰ ਫੋਲੋ ਅਪ ਕਰਨਾ ਉਸ ਚੀਜ਼ ਦਾ। ਸੋ ਉਹਦੇ ਵਿੱਚ ਕੀ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕੀ ਉਹਦੇ ਵਿੱਚ ਵੀ ਤੁਸੀਂ ਕੋਈ ਚੇਂਜਸ ਕੀਤੇ ਨੇ ਫੋਲੋ ਅਪ ਦੇ ਮੈਟੀਰੀਅਲ ਦੇ ਵਿੱਚ? ਸੋ ਅੱਗੇ ਕੀ ਸੀਗਾ ਕਿ ਮਤਲਬ ਪੇਸ਼ੈਂਟ ਟ੍ਰੀਟਮੈਂਟ ਕਰਾ ਕੇ ਚਲਾ ਜਾਂਦਾ ਸੀ। ਜੇ ਪੇਸ਼ੈਂਟ ਕਾਲ ਕਰ ਲੈਂਦਾ ਸੀਗਾ, ਨੋਰਮਲੀ ਤਾਂ ਫਸਟ ਡੇ ਤਾਂ ਅਸੀਂ ਕਾਲ ਕਰਦੇ ਆ ਪੇਸ਼ੈਂਟ ਨੂੰ ਕਿ ਵੀ ਕੋਈ ਮਤਲਬ ਤੁਸੀਂ ਫੀਸ ਦਾ ਫੀਲਿੰਗ ਓਕੇ, ਉਹ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਫਸਟ ਡੇ ਕਾਲ ਕਰਦੇ, ਪਰ ਰੈਸਟ ਆਫ ਦ ਡੇਜ਼ ਜਿਹੜਾ ਹੈਗਾ ਇਹਨਾਂ ਨੂੰ ਮਤਲਬ ਸਾਨੂੰ ਕੋਈ ਫਿਕਰ ਨਹੀਂ ਸੀ ਹੁੰਦਾ। ਹੁਣ ਅਸੀਂ ਕੀ ਹੈਗਾ ਕਿ ਪੇਸ਼ੈਂਟ ਨੂੰ ਐਵਰੀ ਡੇ ਸਾਡਾ ਰੂਟੀਨ ਹੈ ਕਿ ਅਸੀਂ ਕਾਲ ਕਰਨੀ ਹੈ ਹਰ ਰੋਜ਼ ਪੇਸ਼ੈਂਟ ਦਾ ਸਵੇਰੇ ਸ਼ਾਮ ਪਤਾ ਕਰਨਾ ਹੈ। ਦੈਨ ਪੇਸ਼ੈਂਟ ਨੂੰ ਇਹ ਵੀ ਕਿਹਾ ਹੋਇਆ ਕਿ ਤੁਸੀਂ ਆਪਣਾ ਟੈਂਪਰੇਚਰ ਵੀ ਜਿਹੜਾ ਚੈੱਕ ਕਰਦੇ ਰਹਿਣਾ ਵੀ ਤੁਹਾਨੂੰ ਕੋਈ ਟੈਂਪਰੇਚਰ ਚੇਂਜਸ ਤਾਂ ਨਹੀਂ ਆ ਰਹੀਆਂ। ਸੋ ਇਹ 5-6 ਦਿਨ ਦਾ ਆਲਮੋਸਟ ਲਾਈਕ ਅ ਵੀਕਸ ਰੂਟੀਨ ਬਣਾਤਾ ਜਿੱਥੇ ਕਿ ਮਤਲਬ ਸਾਡਾ ਇੱਕ ਡਾਕਟਰ ਜਿਹੜਾ ਹੈਗਾ ਜਾਂ ਮੈਂ ਆਪਣੇ ਖੁਦ ਜਿਹੜਾ ਹੈਗਾ ਉਹ ਪੇਸ਼ੈਂਟ ਦਾ ਫੋਲੋ ਅਪ ਕਰ ਰਿਹਾ। ਇਹ ਬਹੁਤ ਵੱਡਾ ਇੱਕ ਪਾਇਆ ਕਹਿ ਲਓ ਵੀ ਸਾਡੇ ਟ੍ਰੀਟਮੈਂਟ ਪ੍ਰੋਸੀਜਰ ਦੇ ਵਿੱਚ ਐਡੀਸ਼ਨ ਆ ਗਈ ਕਿ ਪੇਸ਼ੈਂਟ ਦਾ ਫੋਲੋ ਅਪ ਜਿਹੜਾ ਹੈਗਾ ਕਾਲ ਦੇ ਉੱਤੇ ਬੇਸ਼ੱਕ ਉਹਦਾ ਪੁੱਛ ਕੇ ਜਾਂ ਉਹਦੇ ਜਿਹੜਾ ਵੀ ਅਟੈਂਡੈਂਟ ਨਾਲ ਹੈਗਾ ਉਹਦੇ ਨਾਲ ਗੱਲ ਕਰਕੇ ਜਿਹੜਾ ਅਸੀਂ ਕਲੀਅਰ ਹੋਈਏ ਸੋ ਦੈਟ ਯੂ نو एवरीवन ਇਜ਼ ਦੈਟ एवरीथिंग ਇਜ਼ ਫੋਲੋਇੰਗ ਫਾਈਨ। ਜੀ ਸਰ, ਇੱਕ ਤਾਂ ਹੈ ਕਿ ਤੁਸੀਂ ਲਗਭਗ ਹਰ 3 ਮਹੀਨੇ ਬਾਅਦ ਵਿਦੇਸ਼ਾਂ ਦਾ ਵੀ ਰੁਖ ਕਰਦੇ ਸੀ। ਇੱਥੇ ਜਿਹੜੇ ਤੁਹਾਡੇ ਮਰੀਜ਼ ਹੈਗੇ ਆ ਉਹਨਾਂ ਦੇ ਨਾਲ ਤੁਸੀਂ ਫੋਲੋ ਅਪ ਕਰਦੇ ਸੀ, ਉਹਨਾਂ ਨਾਲ ਤੁਹਾਡੀਆਂ ਮੀਟਿੰਗਸ ਹੁੰਦੀਆਂ ਸੀ। ਸੋ ਜਿਵੇਂ ਖਾਸ ਤੌਰ ਤੇ ਕੈਨੇਡਾ ਤੇ US ਦੇ ਵਿੱਚ ਜਿਹੜੇ ਤੁਹਾਡੇ ਪੇਸ਼ੈਂਟਸ ਨੇ ਫਿਰ ਉਹਨਾਂ ਨਾਲ ਕਿਵੇਂ ਰਾਬਤਾ ਕਾਇਮ ਕਰਦੇ ਹੋ? ਟੈਕਨੋਲੋਜੀ ਦਾ ਹੀ ਸਹਾਰਾ ਲਿਆ ਜਾ ਰਿਹਾ? ਟੈਕਨੋਲੋਜੀ ਦਾ ਜੀ ਬਿਲਕੁਲ ਜੀ। ਹੁਣ ਕੱਲ ਇਹ ਵੀ ਹੁਣ ਤਾਂ WhatsApp ਦੇ ਉੱਤੇ ਵੀਡੀਓ ਕਾਲਸ ਹੋ ਜਾਂਦੀਆਂ ਨੇ ਪੇਸ਼ੈਂਟਸ ਨੂੰ। ਅਸੀਂ ਕੀ ਕਰ ਰਹੇ ਹਾਂ ਕਿ ਪੇਸ਼ੈਂਟ ਨੂੰ ਕਹਿ ਰਹੇ ਹਾਂ ਵੀ ਤੁਸੀਂ ਆਪਣੇ ਓਰਲ ਕੈਵਿਟੀ ਦੇ ਜਿੱਥੇ ਕੋਈ ਤੁਹਾਨੂੰ ਲੱਗਦਾ ਉਹਦੀ ਫੋਟੋਗ੍ਰਾਫ ਕਲਿੱਕ ਕਰਕੇ ਭੇਜ ਦਿਓ ਐਂਡ ਵੀ ਕੈਨ ਐਡਵਾਈਜ਼ ਟੈਂਪਰੇਰੀਲੀ ਜੋ ਹੋ ਸਕਦਾ ਉਹਨਾਂ ਨੂੰ ਕੀਤਾ ਜਾਵੇ।
ਬਾਕੀ ਜਿਹੜਾ ਹੈਗਾ ਕੋਈ ਲੋਕਲ ਜੇ ਹੁਣ ਜਿਵੇਂ ਡੈਂਟਲ ਕਲੀਨਿਕਸ ਹੈਗੇ ਫੰਕਸ਼ਨ ਕਰਨ ਲੱਗ ਗਏ ਆ, ਅਸੀਂ ਐਡਵਾਈਸ ਕਰ ਰਹੇ ਹਾਂ ਕਿ ਤੁਸੀਂ ਫੋਲੋ ਅਪ ਕਰ ਲਓ, ਉੱਥੇ ਜਾ ਕੇ ਤੁਸੀਂ ਆਪਣਾ ਦਿਖਾ ਕੇ ਟੈਂਪਰੇਰੀ ਜੋ ਵੀ ਕਰਵਾ ਸਕਦੇ ਟ੍ਰੀਟਮੈਂਟ ਕਰਵਾ ਲਓ। ਇਨ ਦਾ ਮੇਨ ਟਾਈਮ ਫਲਾਈਟਸ ਖੁੱਲਣਗੀਆਂ ਤੇ ਉਸ ਤੋਂ ਬਾਅਦ ਫਿਰ ਉਹ ਹੌਲੀ ਹੌਲੀ ਜਿਹੜਾ ਹੈਗਾ ਪ੍ਰੋਸੈਸ ਜੀ ਬਿਲਕੁਲ ਸਰ, ਇਸ ਦੇ ਬਾਰੇ ਵਿੱਚ ਹੋਰ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ। ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਸੋ ਬ੍ਰੇਕ ਤੋਂ ਬਾਅਦ ਅਸੀਂ ਹੋਰ ਜਿਹੜੀਆਂ ਸਰਵਿਸਿਜ਼ ਕਿਹੜੀਆਂ ਪ੍ਰੋਵਾਈਡ ਕਰਵਾ ਰਹੇ ਆ ਡੈਂਟਲ ਦੇ ਖੇਤਰ ਦੇ ਵਿੱਚ ਰਣਬਾਜ ਹਸਪੀਟਲ, ਉਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਇੱਥੇ ਇੱਕ ਰੁਕ ਰਹੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਹਸਪੀਟਲ ਡਾਕਟਰ ਰਣਦੀਪ ਸਿੰਘ ਮਾਨ ਆਪਣੇ ਹਸਪਤਾਲ ਦੇ ਵਿੱਚ NRIs ਦਾ ਸਵਾਗਤ ਕਰਦੇ ਨੇ। ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਘੱਟ ਰੇਟ ਤੇ ਵਰਲਡ ਕਲਾਸ ਡੈਂਟਲ ਸੇਵਾਵਾਂ। NRIs ਦੇ ਲਈ ਖਾਸ ਪੈਕੇਜ 24 ਘੰਟੇ ਵਿੱਚ ਇੰਪਲਾਂਟ ਅਤੇ ਫਿਕਸ ਦੰਦ ਲਗਵਾਓ। ਆਧੁਨਿਕ ਤਕਨੀਕ ਅਤੇ ਮਾਹਿਰ ਡਾਕਟਰਾਂ ਦੀ ਟੀਮ ਤੋਂ ਕਰਵਾਓ ਦੰਦਾਂ ਦਾ ਇਲਾਜ ਤੋਂ ਬਾਅਦ ਵੀ ਸਮੇਂ-ਸਮੇਂ ਤੇ ਮਿਲੇਗੀ ਮੈਡੀਕਲ ਗਾਈਡੈਂਸ। ਇਲਾਜ ਦੀ ਲਾਈਫਟਾਈਮ ਗਾਰੰਟੀ। ਰਣਬਾਜ ਹਸਪੀਟਲ ਮੋਹਾਲੀ 에ਅਰਪੋਰਟ ਤੋਂ ਬਿਲਕੁਲ ਨਜ਼ਦੀਕ। NRIs ਲਈ ਪਿਕ ਐਂਡ ਡ੍ਰੌਪ ਸਮੇਤ 5 ਸਟਾਰ ਵਰਗੀਆਂ ਸਹੂਲਤਾਂ ਉਪਲਬਧ। ਕਿਸੇ ਵੀ ਪ੍ਰਕਾਰ ਦੀ ਡੈਂਟਲ ਪ੍ਰੋਬਲਮ ਲਈ ਅੱਜ ਹੀ ਸੰਪਰਕ ਕਰੋ। ਰਣਬਾਜ ਹਸਪੀਟਲ, ਪਲਾਟ ਨੰਬਰ 1599, ਸੈਕਟਰ 82, ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਫੋਨ 9417500007 ਅਤੇ 9779000552। ਅਵਲ ਤੁਹਾਨੂੰ ਟਰੱਕਿੰਗ ਵਿੱਚ ਨਵਾਂ ਕੈਰੀਅਰ ਜਾਂ ਬਿਜ਼ਨਸ ਸ਼ੁਰੂ ਕਰਨ ਵਿੱਚ ਹੈਲਪ ਕਰ ਸਕਦਾ ਹੈ। ਟਰੱਕਿੰਗ ਇੰਡਸਟਰੀ ਵਿੱਚ ਹਰ ਇੱਕ ਚੀਜ਼ ਦਾ ਹੱਲ। ਅਵਲ ਦਾ ਜ਼ਬਰਦਸਤ ਡਿਸਪੈਚ ਸਪੈਸ਼ਲਿਸਟ ਕੋਰਸ ਅਵਲ ਟਰੱਕਿੰਗ ਕੰਪਨੀਆਂ ਲਈ ਪਰਮਿਟ, ਕੈਰੀਅਰ ਪੌਡਸ ਤੇ ਸਰਟੀਫਿਕੇਸ਼ਨਸ ਲੈ ਕੇ ਦਿੰਦੀ ਹੈ। ਕੈਨੇਡਾ ਤੇ ਅਮਰੀਕਾ ਵਿਚਕਾਰ ਟਰੱਕਿੰਗ ਵਪਾਰ ਨੂੰ ਸੁਖਾਲਾ ਬਣਾਓ ਅਵਲ ਦੇ ਨਾਲ। ਅਵਲ ਐਕਸਪ੍ਰੈਸ ਤੇ AFM ਸੌਫਟਵੇਅਰ ਟਰੱਕਿੰਗ ਆਪਰੇਸ਼ਨਸ ਲਈ, ਡਰਾਈਵਰਸ ਤੇ ਡਿਸਪੈਚਰਸ ਲਈ ਅਵਲ ਦੀ ਮੋਬਾਈਲ ਐਪ। ਅਵਲ, ਟੇਕ ਦ ਫਾਸਟ ਲੇਨ। ਵਰਲਡ ਗੇਟਵੇ ਇਮੀਗ੍ਰੇਸ਼ਨ ਮੈਨੀਟੋਬਾ ਦੀਆਂ ਬੈਸਟ ਇਮੀਗ੍ਰੇਸ਼ਨ ਕੰਪਨੀਆਂ ਦੇ ਵਿੱਚੋਂ ਇੱਕ। ਕੀ ਤੁਸੀਂ ਕੈਨੇਡਾ ਵਿੱਚ ਵਰਕ ਪਰਮਿਟ, ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਨੈਨੀ ਕੇਅਰਗਿਵਰ ਜਾਂ ਕਿਸੇ ਹੋਰ ਪਰਮਿਟ ਤੇ ਕੈਨੇਡਾ ਵਿੱਚ ਆਏ ਹੋ ਅਤੇ PR ਪ੍ਰੋਸੈਸ ਨੂੰ ਲੈ ਕੇ ਪਰੇਸ਼ਾਨ ਹੋ? ਕੀ ਤੁਹਾਡੇ ਪੁਆਇੰਟਸ ਨਹੀਂ ਬਣ ਪਾ ਰਹੇ? ਤਾਂ ਮੈਨੀਟੋਬਾ ਵਿੱਚ ਤੁਹਾਡੇ ਲਈ ਹੈ ਵਧੀਆ ਅਪਰਚੂਨਿਟੀ। ਵਧੇਰੇ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ICCRC CRCIC ਤੋਂ ਮਾਨਤਾ ਪ੍ਰਾਪਤ ਵਰਲਡ ਗੇਟਵੇ ਇਮੀਗ੍ਰੇਸ਼ਨ ਦੇ ਜ਼ੋਰਾ ਸਿੰਘ ਕਹਿਣ ਦੇ ਨਾਲ। ਫੋਨ ਨੰਬਰ ਭਾਰਤ ਲਈ 01191 77176 65731 ਅਤੇ ਮੈਨੀਟੋਬਾ ਲਈ +1 204 295 4449। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. At the Peel District School Board, there are more than 154,000 students that walk through our 257 schools each day. And it starts in kindergarten, where your child will have endless opportunities to play, wonder, and learn. Register now. Each day starts with a smile. ਪੈਂਜੀਆ ਇਮੀਗ੍ਰੇਸ਼ਨ ਇੰਕ ਕੈਨੇਡਾ ਦੇ ਇਮੀਗ੍ਰੇਸ਼ਨ ਮੈਟਰਸ ਲਈ ਚੁਣੋ ਹਮੇਸ਼ਾ ਭਰੋਸੇਮੰਦ ਅਤੇ ਕੈਨੇਡਾ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕੰਸਲਟੈਂਟ, ਕਿਉਂਕਿ ਸਵਾਲ ਤੁਹਾਡੀ ਜ਼ਿੰਦਗੀ ਦਾ ਹੈ। ਕੈਨੇਡਾ ਲਈ ਸਟੂਡੈਂਟ ਵੀਜ਼ਾ, ਵਰਕ ਪਰਮਿਟ, ਵਿਜ਼ਟਰ ਵੀਜ਼ਾ, PR ਐਪਲੀਕੇਸ਼ਨ, PNP, ਫੈਮਿਲੀ ਸਪਾਂਸਰਸ਼ਿਪ, ਸਿਟੀਜ਼ਨਸ਼ਿਪ, ਇੰਡੀਅਨ ਵੀਜ਼ਾ, US ਵੀਜ਼ਾ ਜਾਂ ਫਿਰ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਲਾਹ ਲਈ ਅੱਜ ਹੀ ਸੰਪਰਕ ਕਰੋ ਪੈਂਜੀਆ ਇਮੀਗ੍ਰੇਸ਼ਨ ਇੰਕ ਦੇ ਰਮਨ ਧਾਲੀਵਾਲ ਨਾਲ, ਜੋ ਕਿ RCIC ਦੇ ਨਾਲ CAPIC ਦੇ ਵੀ ਮੈਂਬਰ ਹਨ। ਫੋਨ 403 672 1313 403 672 1313। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਡਾਕਟਰ ਰਣਦੀਪ ਮਾਨ ਸਾਨੂੰ ਜਾਣਕਾਰੀ ਦੇ ਰਹੇ ਨੇ ਕਿ ਪੈਂਡੈਮਿਕ ਦੇ ਦੌਰ ਵਿੱਚ ਇਸ ਵਕਤ ਡਾਕਟਰ ਰਣਦੀਪ ਮਾਨ ਵੱਲੋਂ ਖਾਸ ਤੌਰ ਤੇ ਰਣਬਾਜ ਹਸਪੀਟਲ ਵੱਲੋਂ ਕੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਹੜੇ ਡੈਂਟਲ ਟ੍ਰੀਟਮੈਂਟ ਕਰਵਾਉਣ ਲਈ ਪੇਸ਼ੈਂਟਸ ਇਸ ਵਕਤ ਵੇਟਿੰਗ ਦੇ ਵਿੱਚ ਬੈਠੇ ਨੇ। ਸਰ ਮੈਂ ਗੱਲਬਾਤ ਕਰਾਂ, ਜਿਵੇਂ ਅਸੀਂ ਗੱਲਬਾਤ ਤੁਸੀਂ ਦੱਸੀ ਹੈ, ਸਾਨੂੰ ਗੱਲ ਕੀਤੀ ਹੈ ਕਿ ਹਸਪੀਟਲਸ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਡੈਂਟਲ ਟ੍ਰੀਟਮੈਂਟ ਦੀ ਗੱਲ ਕਰੀਏ ਤਾਂ
ਉਸ ਟਾਈਮ ਦੇ ਵਿੱਚ ਜਦੋਂ ਮਹਾਮਾਰੀ ਦਾ ਦੌਰ ਨਹੀਂ ਸੀ, ਇੱਕ ਦਿਨ ਦੇ ਵਿੱਚ ਵੀ ਦੰਦ ਲੱਗ ਜਾਂਦੇ ਸੀ, ਤੇ ਉਸ ਦੇ ਬਾਰੇ ਵਿੱਚ ਮੈਂ ਜਾਣਨਾ ਚਾਹੂੰਗੀ ਇੰਪਲਾਂਟ ਦੀਆਂ ਅਲੱਗ-ਅਲੱਗ ਕਿਹੜੀਆਂ-ਕਿਹੜੀਆਂ ਟੈਕਨੀਕਸ ਹੈਗੀਆਂ ਨੇ ਤੇ ਹੁਣ ਉਹਨਾਂ ਦੇ ਉੱਤੇ ਕੀ ਅਸਰ ਪਿਆ? ਰਾਦਰ ਮੈਂ ਇੱਕ ਚੀਜ਼ ਇਹਦੇ ਚ ਕਲੈਰੀਫਾਈ ਕਰੂੰਗਾ ਕਿ ਹੁਣ ਇਸ ਵੇਲੇ ਜੋ ਹਾਲਾਤ ਨੇ ਕਿ ਇਹਦੇ ਵਿੱਚ ਐਕਸਪੋਜ਼ਰ ਆਫ ਦਾ ਪੇਸ਼ੈਂਟ, ਮਿਨੀਮਲ ਐਕਸਪੋਜ਼ਰ ਆਫ ਦਾ ਪੇਸ਼ੈਂਟ ਟੂ ਦਾ ਕਲੀਨਿਕ ਜਾਂ এনवायरमेंट, ਉਹ ਜਿਹੜਾ ਘੱਟ ਤੋਂ ਘੱਟ ਜਿੰਨਾ ਹੋਊਗਾ ਉਨਾ ਪੇਸ਼ੈਂਟ ਵਾਸਤੇ ਚੰਗਾ ਔਰ ਡੈਂਟਿਸਟ ਵਾਸਤੇ ਵੀ ਚੰਗਾ ਤੇ ਉੱਥੇ ਸਟਾਫ ਵਾਸਤੇ ਵੀ ਚੰਗਾ। ਸੋ ਮਤਲਬ ਹੁਣ ਇਹਦੇ ਚ ਕੀ ਮੈਂ ਕਹਿਣਾ ਚਾਹੁੰਦਾ ਹੈਗਾ ਕਿ ਜਿਹੜਾ ਇੰਪਲਾਂਟ ਦਾ ਟ੍ਰੀਟਮੈਂਟ ਹੈ ਇਹ ਦੋ ਤਰੀਕੇ ਨੇ, ਇੱਕ ਤਾਂ ਫਲੈਪਲੈਸ ਸਰਜਰੀ ਹੈਗੀ ਆ, ਇੱਕ ਹੈਗਾ ਫਲੈਪ। ਸੋ ਜਿੱਥੇ ਫਲੈਪ ਸਰਜਰੀ ਆ ਜਾਂਦੀ ਉੱਥੇ ਤੁਸੀਂ ਇਨਸੀਜਨ ਦਿੱਤਾ, ਸੂਚਰ ਵੀ ਲਾਓਗੇ, ਉਹਦਾ ਤਕਰੀਬਨ 20-25 ਮਿੰਟ ਅੱਧਾ ਘੰਟਾ ਐਕਸਟਰਾ ਲੱਗੂਗਾ। ਸੋ ਪੇਸ਼ੈਂਟ ਦੀ ਸਿਟਿੰਗ ਇਹਦੇ ਵਿੱਚ ਕਿਤੇ ਜ਼ਿਆਦਾ। ਮੈਨੂੰ ਤਕਰੀਬਨ ਹੁਣ 8 ਸਾਲ ਤਾਂ ਹੋ ਹੀ ਚੱਲੇ ਆ ਕਿ ਮੈਂ ਫਲੈਪ ਸਰਜਰੀ ਤਾਂ ਕਰਦਾ ਹੀ ਨਹੀਂ ਹੈ, ਫਲੈਪਲੈਸ ਸਰਜਰੀ ਕਰਦੇ ਆ ਜਿੱਥੇ ਕਿ ਮਿਨੀਮਲ ਬਲੀਡਿੰਗ ਔਰ ਕੋਈ ਸੂਚਰ ਨਹੀਂ ਔਰ ਟਰਾਮਾ ਮਿਨੀਮਲ ਹੁੰਦਾ ਕਿ ਪੇਸ਼ੈਂਟ ਨੂੰ 2 ਘੰਟੇ ਬਾਅਦ ਇਹ ਵੀ ਨਹੀਂ ਪਤਾ ਲੱਗਦਾ ਕਿ ਵੀ ਉਹਦੇ ਕੋਈ ਇੰਪਲਾਂਟ ਕੀਤਾ ਜਾਂ ਮਤਲਬ ਉਹਦਾ ਕੋਈ ਪ੍ਰੋਸੀਜਰ ਕੀਤਾ ਕਿ ਨਹੀਂ ਕੀਤਾ। ਸੋ ਆਪਾਂ ਨੂੰ ਇਸ ਵੇਲੇ ਤਾਂ ਕੋਸ਼ਿਸ਼ ਇਹ ਚਾਹੀਦੀ ਹੈ ਕਿ ਜਿਹੜੇ ਡੈਂਟਿਸਟ ਭੈਣ ਭਰਾ ਸਾਡੇ ਹੈਗੇ ਆ ਕਿ ਪੇਸ਼ੈਂਟ ਆਵੇ ਤੇ ਘੱਟ ਤੋਂ ਘੱਟ ਟਾਈਮ ਦੇ ਵਿੱਚ ਉਹਦਾ ਪ੍ਰੋਸੀਜਰ ਕਰਕੇ ਉਹਨੂੰ ਭੇਜ ਦਿੱਤਾ ਜਾਵੇ ਔਰ ਪੇਸ਼ੈਂਟ ਨੂੰ ਮਿਨੀਮਲ ਟਰਾਮਾ ਜਾਂ ਮਿਨੀਮਲ ਇਨਵੇਸਿਵ ਸਰਜਰੀ ਜਿਹਨੂੰ ਕਹਿੰਦੇ ਆ, ਘੱਟ ਤੋਂ ਘੱਟ ਜਿਹੜੇ ਹੈਗੇ ਆ ਉਹ ਸੋਜਿਸ਼ ਨਾ ਹੋਵੇ, ਉਹ ਚੀਜ਼ ਉਸ ਟੈਕਨੀਕ ਨੂੰ ਯੂਜ਼ ਕਰੀਏ। ਆਪਾਂ ਫਾਸਟ ਟੈਕਨੀਕਸ ਤੇ ਆ ਜੀ। ਸਰ ਤੁਸੀਂ ਫਾਸਟ ਜੀ ਨਹੀਂ ਸਰ ਗੱਲ ਕੰਪਲੀਟ ਕਰੋ। ਫਾਸਟ ਟੈਕਨੀਕ ਦਾ ਕਹਿਣ ਦਾ ਇਹ ਹੈ ਕਿ ਤੁਸੀਂ ਬਹੁਤ ਜਲਦਬਾਜ਼ੀ ਕਰਨੀ ਹੈ, ਇਹਦੇ ਚ ਬਹੁਤ ਐਕਸਪੀਰੀਅੰਸ ਚਾਹੀਦਾ। ਇੱਕ ਬੜਾ ਵੱਡਾ ਇੱਕ ਡਿਫਰੈਂਸ ਦੇਖਿਆ ਮੈਂ ਪੇਸ਼ੈਂਟਸ ਦੀ ਸਾਈਕੀ ਦੇ ਵਿੱਚ ਜੀ ਕਿ ਪੇਸ਼ੈਂਟਸ ਪਹਿਲਾਂ ਜਾ ਕੇ ਨਾ ਬਾਹਰੋਂ ਪਤਾ ਕਰਦੇ ਆ ਵੀ ਕਲੀਨਿਕ ਕਿੱਦਾਂ ਦਾ ਹੈਗਾ, ਅੰਦਰ ਸਿਕਿਉਰਿਟੀ ਸੇਫਟੀ ਪ੍ਰੋਸੀਜਰ ਕਿੰਨੇ ਆ, ਫਿਰ ਉਸ ਤੋਂ ਬਾਅਦ ਮਤਲਬ ਕਲੀਨਲੀਨੈਸ ਕਿੰਨੀ ਹੈ, ਉਹ ਚੀਜ਼ਾਂ ਜਿਹੜੀਆਂ ਕਿ ਸਾਡੇ ਵੀ ਮਨ ਨੂੰ ਖੁਸ਼ੀ ਹੁੰਦੀ ਕਿ ਪੇਸ਼ੈਂਟ ਆ ਕੇ ਜਿਹੜਾ ਕਹਿੰਦਾ ਹੱਕ ਨਾ ਪੁੱਛਦਾ ਕਿ ਜੀ ਕਹਿੰਦੇ ਵੀ ਤੁਹਾਡੇ ਸਫਾਈ ਹੈਗੀ ਆ ਜੀ, ਤੁਸੀਂ ਆਹ ਚੀਜ਼ ਦਾ ਧਿਆਨ ਰੱਖ ਰਹੇ ਹੋ। ਪੇਸ਼ੈਂਟ ਆਲਰੇਡੀ ਇੰਨਾ ਕੁ ਅਵੇਅਰ ਹੋ ਚੁੱਕੇ ਇਸ ਬਿਮਾਰੀ ਤੋਂ ਕਿ ਮਤਲਬ ਉਹਨਾਂ ਦੇ ਮਨ 'ਚ ਜਿਹੜੇ ਸਵਾਲ ਹੈ ਉਹ ਪਹਿਲਾਂ ਕਲੈਰੀਫਾਈ ਕਰ ਲੈਂਦੇ। ਸੋ ਉਹਦੇ ਨਾਲ ਜਿੰਨੇ ਕਲੀਨਿਕਸ ਸਾਫ਼ ਹੋਣਗੇ ਔਰ ਉਹਨਾਂ 'ਚ ਸੇਫਟੀ ਪ੍ਰੀਕਾਸ਼ਨਸ ਲਈਆਂ ਜਾਣਗੀਆਂ, ਆਟੋਮੈਟਿਕਲੀ ਉਹਨਾਂ ਦਾ ਬਿਜ਼ਨਸ ਕਿਤੇ ਜ਼ਿਆਦਾ ਹੋਊਗਾ। ਜੀ ਸਰ, ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਡੈਂਟਲ ਐਕਸਰੇ ਦੀ ਜ਼ਰੂਰਤ ਪੈਂਦੀ ਹੈ। ਕਈ ਵਾਰੀ ਇਹ ਹੁੰਦਾ ਕਿ ਇੱਕ ਚੀਜ਼ ਲਈ ਪੇਸ਼ੈਂਟ ਨੂੰ ਬਾਹਰ ਜਾਣਾ ਪੈਂਦਾ ਹੈ, ਕਈ ਵਾਰੀ ਸਾਈਜ਼ ਦੇਣ ਲਈ ਪੇਸ਼ੈਂਟਸ ਨੂੰ ਕਿਤੇ ਹੋਰ ਭੇਜਣਾ ਪੈਂਦਾ ਆ, ਦੰਦਾਂ ਦਾ ਸਾਈਜ਼ ਲਈ ਉਹਨਾਂ ਨੂੰ ਕਿਤੇ ਹੋਰ ਜਾਣਾ ਪੈਂਦਾ ਆ। ਸੋ ਕੀ ਇਹ ਸਾਰੀਆਂ ਤੁਹਾਡੇ ਕੋਲ ਫੈਸਿਲਿਟੀਜ਼ ਜਿਹੜੀਆਂ ਨੇ ਇੱਕ ਹੀ ਛੱਤ ਹੇਠ ਅਵੇਲੇਬਲ ਨੇ ਜਾਂ ਫਿਰ ਪੇਸ਼ੈਂਟਸ ਨੂੰ ਕਿਤੇ ਬਾਹਰ ਜਾਣਾ ਪੈਂਦਾ ਆ ਬਾਕੀ ਅਲੱਗ-ਅਲੱਗ ਚੀਜ਼ਾਂ ਲਈ? ਸੋ ਇਹਦੇ 'ਚ ਨਾ ਜੀ ਕੀ ਸੀਗਾ ਕਿ ਜਿਵੇਂ ਪਹਿਲਾਂ ਪੇਸ਼ੈਂਟ ਦੀ ਇੱਕ ਸਰਜਰੀ ਬਣਾ ਲਈ, ਉੱਥੋਂ ਪੇਸ਼ੈਂਟ ਦਾ ਕਰਕੇ ਦੂਸਰੇ ਕਲੀਨਿਕ ਦੇ ਵਿੱਚ ਸ਼ਿਫਟ ਕਰਤਾ ਤੇ ਉਹਨੇ ਆਪਦਾ ਇੰਪ੍ਰੈਸ਼ਨ ਲੈ ਲਏ, ਉਦੋਂ ਮੁੜ ਕੇ ਦੂਜਾ ਪੇਸ਼ੈਂਟ ਆ ਗਿਆ, ਉਹਨੂੰ ਮਤਲਬ ਬੈਕ ਟੂ ਬੈਕ ਚੱਲੀ ਜਾਂਦਾ ਸੀ। ਹੁਣ ਉਹ ਕੰਮ ਨਹੀਂ ਕਰ ਰਿਹਾ। ਹੁਣ ਸਿੱਧਾ ਜੇ ਪੇਸ਼ੈਂਟ ਸਮਝ ਲਓ ਇੱਕ ਕਲੀਨਿਕ ਡੈਡੀਕੇਟ ਕਰਤਾ ਇੱਕ ਪੇਸ਼ੈਂਟ, ਉਹਦਾ ਪ੍ਰੋਸੀਜਰ ਕੀਤਾ, ਉੱਥੇ ਹੀ ਉਹਦੇ ਇੰਪ੍ਰੈਸ਼ਨ ਲਏ, ਉੱਥੇ ਹੀ ਉਹਨੂੰ ਸਾਰਾ ਕਲੀਨ ਅਪ ਕਰਕੇ ਸਿਕਿਉਰ ਕਰਕੇ ਐਂਡ ਸੈਂਡ ਆਫ ਕਰ ਦਿੱਤਾ ਜਾਵੇ। ਇਹ ਹੁਣ ਸਿਸਟਮ ਬਣਾ ਕਿ ਉਹ ਪੇਸ਼ੈਂਟ ਜਿਹੜਾ ਹੈਗਾ ਬਾਰ-ਬਾਰ ਉਹਨੂੰ ਇੱਕ ਦੂਸਰੇ ਕਮਰੇ ਦੇ ਵਿੱਚੋਂ ਜਾਣਾ ਨਾ ਪਵੇ ਔਰ ਈਵਨ ਸੇਮ ਪਲੇਸ ਦੇ ਉੱਤੇ ਐਕਸ-ਰੇ, ਸੇਮ ਪਲੇਸ ਦੇ ਉੱਤੇ ਸਕੈਨਸ, ਐਵਰੀਥਿੰਗ ਵਨ ਸਟਾਪ ਸ਼ਾਪ ਇੱਕੋ ਜਗ੍ਹਾ ਤੇ ਹੋ। ਜੀ ਸਰ, ਜਿਵੇਂ ਅੱਗੇ ਪਹਿਲਾਂ ਵਿਦੇਸ਼ਾਂ ਤੋਂ ਵੀ ਆਉਂਦੇ ਸੀ ਤੁਹਾਡੇ ਕੋਲ, ਟੂਰਿਜ਼ਮ ਦੀ ਗੱਲ ਹੁੰਦੀ ਹੈ, ਡੈਂਟਲ ਟੂਰਿਜ਼ਮ ਦੀ, ਤਾਂ ਰਣਬਾਜ ਹਸਪੀਟਲ ਦਾ ਨਾਮ ਆਉਂਦਾ। ਸੋ ਅੱਗੇ ਪੇਸ਼ੈਂਟਸ ਆਉਂਦੇ ਸੀ ਤਾਂ ਤੁਹਾਡੇ ਕੋਲ ਸਟੇ ਵੀ ਕਰਦੇ ਸੀ, ਕਿ ਹੁਣ ਵੀ ਉਹ ਆਪਸ਼ਨ ਅਵੇਲੇਬਲ ਹੈਗਾ ਆ ਜਾਂ ਫਿਰ ਪੇਸ਼ੈਂਟਸ ਨੂੰ ਟਰੀਟ ਕਰਕੇ ਵਾਪਸ ਉਹਨਾਂ ਦੇ ਘਰ ਭੇਜਿਆ ਜਾਂਦਾ ਆ? ਅਸੀਂ ਬਕਾਇਦਾ ਜੀ ਹੁਣ ਜਿਹੜੇ ਸਾਡੇ ਰੂਮਸ ਆਲਰੇਡੀ ਸੀਗੇ ਉਹਨਾਂ ਦੇ ਵਿੱਚ ਵੀ ਸੇਫਟੀ ਨਾਰਮਸ ਜਿਹੜੇ ਹੈਗੇ ਆ, ਇਨਕਲੂਡਿੰਗ ਫੂਡ ਐਂਡ ਐਵਰੀਥਿੰਗ, ਵੀ ਆਰ ਮੇਕਿੰਗ ਸ਼ੋਰ ਕਿ ਉੱਥੇ ਹੀ ਫੂਡ ਵੀ ਕੁੱਕ ਹੋ ਜੇ। ਹੁਣ ਜਿਹੜਾ ਫੂਡ ਮਤਲਬ ਪੇਸ਼ੈਂਟ ਅੱਗੇ ਬਾਹਰੋਂ ਆਰਡਰ ਕਰ ਦਿੰਦੇ ਹੁੰਦੇ ਸੀਗੇ ਕਿ ਜੀ ਮੈਂ ਅੱਜ ਆਹ ਚੀਜ਼ ਖਾਣੀ ਹੈ, ਮੈਂ ਕੁਝ ਬਾਹਰੋਂ ਮੰਗਾ ਲੈਣਾ। ਸੋ ਵੀ ਆਸਕ ਦਾ ਪੇਸ਼ੈਂਟ ਕਿ ਜੀ ਤੁਸੀਂ ਬਾਹਰੋਂ ਖਾਣਾ ਨਾ ਮੰਗਾਓ, ਜਿਹੜੀਆਂ ਬਾਹਰਲੀਆਂ ਸਰਵਿਸਿਜ਼ ਹੈਗੀਆਂ ਨੇ ਉਹ ਨਾ ਯੂਜ਼ ਕਰੋ। ਵੀ ਵਿਲ ਪ੍ਰੋਵਾਈਡ ਯੂ ਐਵਰੀਥਿੰਗ, ਜਿਹੜਾ ਤੁਹਾਡਾ ਹੋਮ ਕੁਕਡ ਫੂਡ ਹੈ ਜਾਂ ਜੋ ਤੁਹਾਡੀ ਪਸੰਦ ਹੈ ਤੁਹਾਨੂੰ ਉੱਥੇ ਹੀ ਰੂਮ ਦੇ ਵਿੱਚ
ਤੁਹਾਨੂੰ ਸਟਰਲਾਈਜ਼ਡ ਜਗ੍ਹਾ ਹੋਵੇ, ਤੁਹਾਡੀ ਸਿਕਿਉਰ ਪਲੇਸ ਹੋਵੇ, ਉਸੇ ਜਗ੍ਹਾ ਦੇ ਉੱਤੇ ਤੁਸੀਂ ਰਹਿ ਕੇ ਆਪਦਾ ਕੰਪਲੀਟ ਕਰਾਓ ਔਰ ਖਾਣਾ ਪੀਣਾ ਉੱਥੇ ਹੀ ਇੰਤਜ਼ਾਮ ਕੀਤਾ ਹੋਇਆ ਹੈਗਾ ਤੇ ਤਾਂ ਕਿ ਮਤਲਬ ਪੇਸ਼ੈਂਟ ਨੂੰ ਬਾਹਰ ਅੰਦਰ ਜਾਣ ਦੀ ਲੋੜ ਨਾ ਪਵੇ। ਜੀ ਸਰ, ਰਣਬਾਜ ਹਸਪੀਟਲ 'ਚ ਡੈਂਟਲ ਟ੍ਰੀਟਮੈਂਟਸ ਦੀ ਜਦੋਂ ਗੱਲ ਆਉਂਦੀ ਆ ਤਾਂ ਕਿਹੜੀਆਂ ਡੈਂਟਲ ਦੀਆਂ ਸਰਵਿਸਿਜ਼ ਜਿਹੜੀਆਂ ਨੇ ਟ੍ਰੀਟਮੈਂਟ ਦੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ, ਤੇ ਜਿਹੜੀਆਂ ਤੁਸੀਂ ਗੱਲ ਕਰੋ ਕਿ ਇਸ ਵਕਤ ਬਾਕੀ ਹਸਪੀਟਲਸ ਨੂੰ ਕੰਪੀਟ ਨਹੀਂ ਕਰ ਪਾ ਰਹੀਆਂ, ਜਿਹੜੀਆਂ ਕਿ ਇਸ ਵਕਤ ਰਣਬਾਜ ਹਸਪੀਟਲ ਬਾਕੀਆਂ ਨਾਲੋਂ, ਜੇ ਮੈਂ ਇਨ ਸ਼ਾਰਟ ਪੁੱਛਾਂ, ਵੱਖਰਾ ਕਿਵੇਂ ਆ? ਰਣਬਾਜ ਹਸਪੀਟਲ ਦਾ ਨਾਮ ਸਾਡੇ ਮਰੀਜ਼ਾਂ ਨੇ ਇੰਨਾ ਪਪੂਲਰ ਕਰਤਾ ਜੀ ਕਿ ਮਤਲਬ ਹੁਣ ਪੇਸ਼ੈਂਟ ਦੂਰੋਂ ਜਿਹੜੇ ਚੱਲ ਕੇ ਆਉਂਦੇ ਹੈਗੇ, ਵਰਲਡ ਵਾਈਡ ਪੇਸ਼ੈਂਟਸ ਹੈਗੇ ਆ, ਉਹਨਾਂ ਨੂੰ ਰੈਫਰਲਸ ਆਲਰੇਡੀ, ਜਿਵੇਂ ਕਹ ਲਓ ਵੀ ਪੇਸ਼ੈਂਟ ਟੂ ਪੇਸ਼ੈਂਟ, ਵਰਡ ਆਫ ਮਾਊਥ, ਤੇ ਉਹ ਮਤਲਬ ਆਪਦੇ ਨਾ ਮਨ ਬਣਾਈ ਬੈਠੇ ਆ। ਐਂਡ ਪੇਸ਼ੈਂਟ ਹੁਣ ਵੀ ਮੈਨੂੰ ਕਾਲਸ ਆਉਂਦੀਆਂ ਨੇ ਕਿ ਕਹਿੰਦੇ ਜੀ ਅਸੀਂ 6 ਮਹੀਨੇ ਨੂੰ ਆਉਣਾ, 5 ਨੂੰ ਆਉਣਾ, ਤੇ ਮਤਲਬ ਵੈਲ ਇਨ ਐਡਵਾਂਸ ਦੇ ਆਰ ਇਨ ਟੱਚ ਵਿਦ ਮੀ ਕਿ ਜਦੋਂ ਸੇਫ ਹੋ ਗਿਆ ਅਸੀਂ ਟ੍ਰੀਟਮੈਂਟ ਤਾਂ ਕਰਾਉਣਾ ਹੀ ਕਰਾਉਣਾ ਆ ਕੇ। ਸੋ ਅਸੀਂ ਕਹਿੰਦੇ ਆ ਕਿ ਜੀ ਰਣਬਾਜ ਹਸਪੀਟਲ ਦਾ ਨਾਮ ਜਿਹੜਾ ਹੈ ਉਹ ਮਰੀਜ਼ਾਂ ਨੇ ਇੰਨਾ ਕੁ ਉਹਦਾ ਨਾਮ ਬਣਾਤਾ ਕਿ ਸਾਨੂੰ ਮਤਲਬ ਬਾਕੀ ਤਾਂ ਜਿਹੜਾ ਹੈਗਾ ਨੋ ਡਾਊਟ ਕਿ ਮਤਲਬ ਹਮਦਰਦ ਮੀਡੀਆ ਗਰੁੱਪ ਜਿਹਦੇ ਨਾਲ ਐਸੋਸੀਏਟਡ 10 ਸਾਲ ਹੋ ਗਏ ਸਾਨੂੰ ਕਰਦਿਆਂ ਨੂੰ, TV ਸ਼ੋਜ਼ ਹੋ ਗਏ, ਤੇ ਬਾਕੀ ਜਿਹੜਾ ਹੈਗਾ ਇੱਥੋਂ ਮਤਲਬ ਸ਼ੁਰੂ ਕਰਕੇ ਤੇ ਹੁਣ ਆਪਦਾ ਪੇਸ਼ੈਂਟ ਵਾਸਤੇ ਜਿੰਨੀ ਅਸੀਂ ਸੇਵਾ ਕਰ ਰਹੇ ਹਾਂ ਔਰ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ। ਮੇਨ ਸਾਡਾ ਕੰਮ ਇੰਪਲਾਂਟਸ ਦਾ, ਔਰ ਇੰਪਲਾਂਟਸ ਵਰਲਡ ਦੇ ਵਿੱਚ ਬਹੁਤ ਐਕਸਪੈਂਸਿਵ ਹੈ, ਹਲੇ ਵੀ ਬਹੁਤ ਐਕਸਪੈਂਸਿਵ ਹੈ। ਔਰ ਹੁਣ ਮਤਲਬ ਕਿਉਂਕਿ ਨੋਰਮਸ ਇੰਨੇ ਸਖਤ ਹੋ ਗਏ ਆ, ਕਲੀਨਿਕਸ ਨੂੰ ਮਤਲਬ ਉਹਨਾਂ ਦੇ ਉੱਤੇ ਓਵਰਹੈਡਸ ਵੀ ਵੱਧ ਗਏ ਆ, ਆਟੋਮੈਟਿਕਲੀ ਉਹ ਖਰਚੇ ਵੱਧ ਗਏ ਆ। ਸੋ ਪੇਸ਼ੈਂਟਸ ਨੂੰ ਵੀ ਬੇਅਰ ਕਰਨਾ ਔਖਾ ਹੋ ਰਿਹਾ। ਅਸੀਂ ਉਹੀ ਚੀਜ਼ਾਂ ਜਿਹੜੀਆਂ ਨੇ ਮਤਲਬ ਇੰਟਰਨੈਸ਼ਨਲਾਈਜ਼ ਸਟੈਂਡਰਡ ਜਿਹੜੇ ਆ ਉਹ ਸੇਮ ਲੈਵਲ ਤੇ ਉੱਤੇ ਹੁਣ ਕਿਤੇ ਜਿਹੜੀ ਕਾਸਟ ਹੈ ਉਹਨੂੰ ਅਸੀਂ ਕੰਟਰੋਲ ਕਰਕੇ ਮਚ ਮੋਰ ਇਕਨੋਮਿਕਲ ਵਿਦਨ ਦ ਰੀਚ ਆਫ ਪੇਸ਼ੈਂਟਸ ਅਸੀਂ ਲਿਆਂਦੀ ਵੀ ਹੈ। ਔਰ ਪੇਸ਼ੈਂਟ ਦੂਰੋਂ ਚੱਲ ਕੇ ਸਾਡੇ ਕੋਲੇ ਆਉਂਦੇ ਆ, ਔਰ ਟਾਈਮ ਪੀਰੀਅਡ ਮੇਨ ਹੁੰਦਾ ਪੇਸ਼ੈਂਟਸ ਦਾ, ਹਰ ਇੱਕ ਨੇ ਆਉਣਾ ਹੀ ਆਉਣਾ। ਹੁਣ ਵੀ ਪੇਸ਼ੈਂਟ ਜਿਹੜੇ ਆ ਵੇਟ ਕਰੀ ਜਾਂਦੇ ਆ, ਕਹਿੰਦੇ ਜੀ ਵੀ ਫਲਾਈਟਸ ਖੁੱਲਣ ਤੇ ਅਸੀਂ ਆਪਦਾ ਚੱਕਰ ਕੱਢ ਜਾਈਏ, ਤੇ ਉਹ ਚੀਜ਼ ਨੂੰ ਲੈ ਕੇ ਜਿਹੜਾ ਪੇਸ਼ੈਂਟ ਕੋਲੇ ਜਿਹੜਾ ਟਾਈਮ ਹੈ ਉਹ ਸਾਡਾ ਟਾਈਮ ਫਰੇਮ ਉਹੀ ਰਹੂਗਾ ਵੀ ਉਹ ਇਹ ਨਹੀਂ ਹੈ ਕਿ ਟਾਈਮ ਫਰੇਮ ਵੱਧ ਜਾਊਗਾ। ਜੇ ਮੰਨ ਲਓ ਕੋਈ ਕਿਸੇ ਨੇ ਪੂਰਾ ਉੱਪਰ ਥੱਲੇ ਦੇ ਇੰਪਲਾਂਟ ਕਰਾਉਣੇ ਆ ਜਾਂ ਕੰਪਲੀਟ ਦੰਦ ਲਵਾਉਣੇ ਆ, ਸੋ ਉਹਦਾ ਪ੍ਰੋਸੀਜਰ ਜਿਹੜਾ ਹੈਗਾ ਹਫਤੇ ਦੇ ਵਿੱਚ ਕੰਪਲੀਟ ਪਹਿਲਾਂ ਵੀ ਕਰਦੇ ਸੀ, ਹੁਣ ਵੀ ਉਨੇ ਚ ਕਰੂਗਾ। 1-2 ਇੰਪਲਾਂਟ ਜਾਂ 3 ਇੰਪਲਾਂਟ ਕਰਨੇ ਉਹ ਤਾਂ ਘੰਟੇ 1.5 ਘੰਟੇ ਚ ਹੀ ਹੁਣ ਤਾਂ ਸਾਰਾ ਕਰਕੇ ਬਣ ਕੇ ਆ ਜਾਂਦਾ ਹੈ। ਸੋ ਉਹ ਚੀਜ਼ ਨੂੰ ਲੈ ਕੇ ਜਿਹੜਾ ਹੈ ਅਸੀਂ ਆਪਣਾ ਉਹ ਸਿਸਟਮ ਨਹੀਂ ਬਦਲਿਆ, ਔਰ ਪੇਸ਼ੈਂਟ ਨੂੰ ਅਸੀਂ ਉਨੇ ਹੀ ਟਾਈਮ ਦੇ ਵਿੱਚ ਸੇਵਾਵਾਂ ਪ੍ਰੋਵਾਈਡ ਕਰਦੇ। ਜੀ ਸਰ, ਉਹ ਕਹਿੰਦੇ ਨੇ ਕਿ ਮੋਸਟਲੀ ਸ਼ਾਪਸ ਤੇ ਇੰਡੀਆ ਵਿੱਚ ਲਿਖਿਆ ਹੁੰਦਾ ਸੀ ਕਿ ਫੈਸ਼ਨ ਦੇ ਇਸ ਦੌਰ ਵਿੱਚ ਗਾਰੰਟੀ ਦੀ ਇੱਛਾ ਨਾ ਰੱਖੋ। ਸੋ ਪਰ ਅੱਜ ਕੱਲ੍ਹ ਅਸੀਂ ਜੇ ਆਪਣੀ ਸਿਹਤ ਦੀ ਗੱਲ ਕਰੀਏ ਤਾਂ ਕਿਸੇ ਵੀ ਅੰਗ ਦੀ ਕੋਈ ਗਾਰੰਟੀ ਨਹੀਂ ਹੁੰਦੀ, ਚਾਹੇ ਜਿੰਨੀ ਮਰਜ਼ੀ ਉਹਦੀ ਟ੍ਰੀਟਮੈਂਟ ਕਰਵਾ ਲਓ ਕਿ ਮੁੜ ਕੇ ਉਹ ਖਰਾਬ ਨਹੀਂ ਹੋਊਗਾ। ਪਰ ਤੁਸੀਂ ਹੋ ਆਪਣੀ ਟ੍ਰੀਟਮੈਂਟ ਦੀ ਤੁਸੀਂ ਲਾਈਫ ਟਾਈਮ ਗਾਰੰਟੀ ਦਿੰਦੇ ਹੋ, ਇਹ ਕਿੱਦਾਂ ਪੋਸੀਬਲ ਹੈ? ਗੱਲ ਹੈ ਜੀ ਵੀ ਕਿ ਪੇਸ਼ੈਂਟ ਉਹ ਕਹਿੰਦੇ ਨਾ ਪੈਸੇ ਜਿਹੜੇ ਹੈ ਇਹ ਦਰਖਤਾਂ ਨੂੰ ਤਾਂ ਲੱਗਦੇ ਨਹੀਂ, ਬਿਲਕੁਲ। ਇਹ ਖੂਨ ਪਸੀਨੇ ਦੀ ਕਮਾਈ ਹੈ ਔਰ ਬਹੁਤ ਮਿਹਨਤ ਕਰਨੀ ਪੈਂਦੀ ਦੇਸ਼ ਪ੍ਰਦੇਸ਼ਾਂ ਦੇ ਵਿੱਚ। ਮੈਂ ਤਾਂ ਹੁਣ ਜਦੋਂ ਹਰ ਮਹੀਨੇ 5-6 ਦਿਨ ਉੱਤੇ ਹੁੰਨਾ, ਸਾਨੂੰ ਪਤਾ ਵੀ ਕਿੰਨੇ ਔਖੇ ਪੈਸੇ ਕਮਾਏ ਜਾਂਦੇ ਆ। ਔਰ ਮਤਲਬ ਉਸ ਚੀਜ਼ ਨੂੰ ਮਨ ਚ ਲੈ ਕੇ ਕਿ ਮਤਲਬ ਜੇ ਪੇਸ਼ੈਂਟ ਨੇ ਇੰਨਾ ਖਰਚਾ ਕੀਤਾ, ਕਿਉਂ ਨਾ ਅਸੀਂ ਵੀ ਆਪਦੇ ਵੱਲੋਂ ਇੱਕ ਮੋਰਲ ਡਿਊਟੀ ਜੋ ਇੱਕ ਸਪੋਰਟ ਪੇਸ਼ੈਂਟ ਨੂੰ ਦੇ ਸਕਦੇ ਆ, ਕਿਉਂ ਨਾ ਦਈਏ। ਮਤਲਬ ਇਹ ਕਹਿੰਦੇ ਰੱਬ ਵੱਲੋਂ ਸਾਡੇ ਤੇ ਵੀ ਮਿਹਰ ਹੈ, ਔਰ ਅਸੀਂ ਕਹਿੰਦੇ ਵੀ ਅਸੀਂ ਉਸ ਚੀਜ਼ ਨੂੰ ਲੈ ਕੇ ਵੀ ਇੱਕ ਐਸਾ ਸਿਸਟਮ ਬਣਾਤਾ ਕਿ ਪੇਸ਼ੈਂਟ ਦੀ ਇੱਕ ਲਾਈਫ ਟਾਈਮ ਇੰਸ਼ੋਰੈਂਸ ਹੋਗੀ ਵੀ ਤੁਸੀਂ ਆਪਣਾ ਟ੍ਰੀਟਮੈਂਟ ਕਰਾਓ, ਅਸੀਂ ਤੁਹਾਨੂੰ ਲਾਈਫ ਟਾਈਮ ਜਿਹੜਾ ਹੈਗਾ ਉਹ ਗਾਰੰਟੀ ਹੈ। ਕੋਈ ਪ੍ਰੋਬਲਮ ਆਊਗੀ, ਵੀ ਆਰ देयर ਟੂ ਸਰਵ ਯੂ। ਵੇਖੋ ਮੈਂ ਵੀ ਇੱਕ ਇਨਸਾਨ ਆ, 100% ਤਾਂ ਮੈਂ ਵੀ ਪਰਫੈਕਟ ਨਹੀਂ ਹੈ। ਇਹ ਚ ਕੋਈ ਵੀ ਟ੍ਰੀਟਮੈਂਟ ਕਰਦਾ ਉਹ 100% ਤਾਂ ਸਕਸੈਸ ਹੋਣਾ ਤਾਂ ਮਤਲਬ ਫਿਰ ਤਾਂ ਕਹਿੰਦੇ ਜੇ ਉਹ ਤਾਂ ਰੱਬ ਹੀ ਬਣ ਗਿਆ। ਸੋ 100% ਤਾਂ ਸਕਸੈਸ ਕਿਤੇ ਵੀ ਨਹੀਂ ਆ ਸਕਦੀ, ਔਰ ਅਸੀਂ ਉਹਨੂੰ ਐਡਮਿਟ ਕਰਦੇ ਹਾਂ ਕਿ 96-98% ਜਿਹੜਾ ਸਕਸੈਸ ਰੇਟ ਚੱਲ ਰਿਹਾ। ਕਈ ਵਾਰੀ ਕੀ ਚੀਜ਼ਾਂ ਹੁੰਦੀਆਂ ਕਿ ਮੰਨ ਲਓ ਕੋਈ ਕਰਾਊਨ ਵੀ ਚਿਪ ਆਫ ਹੋ ਗਿਆ, ਅਸੀਂ ਪੇਸ਼ੈਂਟ ਨੂੰ ਕਿਹਾ ਵੀ ਤੁਸੀਂ ਸਾਡੇ ਕੋਲੇ ਵਾਪਸ ਆਓ, ਅਸੀਂ ਤੁਹਾਨੂੰ ਫ੍ਰੀ ਰਿਪਲੇਸ ਕਰਕੇ ਮਤਲਬ ਕਰਾਊਨ ਹਾਲਾਂਕਿ ਜਿਹੜਾ ਹੈ ਉਹਦਾ ਖਰਚਾ, ਜਾਂ ਇੰਪਲਾਂਟ ਫੇਲ ਹੋ ਗਿਆ
ਇੰਪਲਾਂਟ ਫੇਲ ਹੋਏ ਤੇ ਕੋਈ ਰਿਪਲੇਸਮੈਂਟ ਨਹੀਂ, ਬਿਕੋਜ਼ ਇਟ ਇਜ਼ ਵੈਰੀ ਐਕਸਪੈਂਸਿਵ। ਮੇਰੇ ਕੋਲੇ ਮਤਲਬ 100 ਚ ਇੰਪਲਾਂਟ ਹਜ਼ਾਰਾਂ ਚ ਲੱਗਦੇ ਆ। ਸਾਡੇ ਕੋਲੇ ਕੰਪਨੀਆਂ ਨਾਲ ਅਸੀਂ ਟ੍ਰੇਡ ਹੀ ਇਹ ਕਰਦੇ ਹਾਂ ਉਹਨਾਂ ਨਾਲ ਕਿ ਤੁਸੀਂ ਦੇਖੋ ਜੇ ਪੇਸ਼ੈਂਟਸ ਨੂੰ ਅਸੀਂ ਇੰਨਾ ਕੰਮ ਕਰ ਰਹੇ ਹਾਂ, ਪੇਸ਼ੈਂਟ ਸਾਡੇ ਤੇ ਵਿਸ਼ਵਾਸ ਕਰਦਾ ਹੈ, ਤੇ ਤੁਹਾਡਾ ਵੀ ਫਰਜ਼ ਹੈ ਕਿ ਤੁਸੀਂ ਸਾਨੂੰ ਉਹ ਚੀਜ਼ ਜਿਹੜਾ ਵੈਦਰ ਇਟ ਇਜ਼ ਇੰਪਲਾਂਟ ਜਾਂ ਅਸੀਂ ਉਹਦਾ ਪ੍ਰੋਸੈਸਸ, ਆਪਣੀ ਲੈਬ ਵੀ ਸਾਡੀ ਆਪਦੀ ਹੈ, ਤਾਂ ਕਿ ਮਤਲਬ ਪੇਸ਼ੈਂਟ ਨੂੰ ਜੋ ਅਸੀਂ ਉੱਤੇ ਦੰਦ ਫਿਕਸ ਕੀਤੇ ਆ ਉਹ ਵੀ ਸਾਡੀ ਨਿਗਰਾਨੀ ਹੇਠ ਤਿਆਰ ਹੋਏ ਹੋਏ ਆ। ਔਰ ਉਹ ਚੀਜ਼ ਨੂੰ ਲੈ ਕੇ ਕਿ ਮਤਲਬ ਉਹ ਜਿਹੜਾ ਹਰ ਚੀਜ਼ ਜਿਹੜੀ ਹੈ ਇਹ ਫ੍ਰੀ ਆਫ ਕਾਸਟ ਰਿਪਲੇਸੇਬਲ ਹੈ, ਪੇ ਓਨਲੀ ਵਾਂਸ ਸਾਡੇ ਕੋਲੇ ਆ ਕੇ, ਐਂਡ ਵੀ ਵਿਲ ਗਿਵ ਯੂ ਅ ਫੁੱਲ ਗਾਰੰਟੀ ਫॉर ਲਾਈਫ। ਜੀ ਬਿਲਕੁਲ ਸਰ, ਕਈ ਵਾਰੀ ਇੱਦਾਂ ਹੁੰਦਾ ਕਿ ਪੇਸ਼ੈਂਟਸ ਜਿਵੇਂ ਹੁਣ ਤੁਹਾਨੂੰ ਦੇਖ ਰਹੇ ਨੇ, ਉਹ ਚਾਹੁੰਦੇ ਨੇ ਕਿ ਉਹਨਾਂ ਦੀ ਟ੍ਰੀਟਮੈਂਟ ਵੀ ਤੁਹਾਡੇ ਜ਼ਰੀਏ ਹੀ ਹੋਵੇ। ਕਿ ਜਿਹੜੇ ਪੇਸ਼ੈਂਟਸ ਦੀਆਂ ਜਿਹੜੀ ਲਾਸਟ ਸਟੈਪ ਹੁੰਦਾ ਟ੍ਰੀਟਮੈਂਟ ਦਾ, ਉਹ ਤੁਸੀਂ ਖੁਦ ਕੰਪਲੀਟ ਕਰਦੇ ਹੋ ਜਾਂ ਜਿਹੜੇ ਤੁਹਾਡੇ ਇੱਥੇ ਡੈਂਟਿਸਟ ਰੱਖੇ ਹੋਏ ਨੇ ਉਹਨਾਂ ਦੇ ਜ਼ਰੀਏ ਕਰਵਾਇਆ ਜਾਂਦਾ? ਦੇਖੋ ਗੱਲ ਇਹ ਜੀ ਕਿ ਮਤਲਬ ਮੈਂ ਮੰਨਦਾ ਕਿ ਕਲੀਨਿਕਸ ਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ ਕਿ ਜੀ ਮੇਨ ਸਰਜਰੀ ਡਾਕਟਰ ਨੇ ਕਰਤੀ, ਉਹ ਤੋਂ ਬਾਅਦ ਜਿਹੜਾ ਬਾਕੀ ਕੰਮ ਹੈ ਛੋਟਾ ਛੋਟਾ ਉਹ ਕਹਿੰਦੇ ਜੀ ਅੱਗੇ। ਮੇਰੀ ਆਦਤ ਹੈਗੀ ਹੈ ਕਿ ਜੇ ਪੇਸ਼ੈਂਟ ਆਇਆ ਇੰਨੀ ਹਜ਼ਾਰਾਂ ਮੀਲ ਦੂਰ ਤੋਂ ਤੇ ਉਹ ਇੱਕ ਵਿਸ਼ਵਾਸ ਤੇ ਆਇਆ, ਮੇਰਾ ਫਰਜ਼ ਹੈਗਾ ਕਿ ਮੈਂ ਉਹ ਪੇਸ਼ੈਂਟ ਦਾ ਆਪਦੇ ਹੱਥੀ A to Z ਕੰਪਲੀਟ ਜਿਹੜਾ ਟ੍ਰੀਟਮੈਂਟ ਹੈ ਮੈਂ ਆਪਦੇ ਹੱਥੀ ਕੰਪਲੀਟ ਕਰਾਂ। I will not allow any other dentist to to work on the patient ਜਿਹਨੇ ਕਿ ਮੇਰੇ ਤੇ ਆਸ ਰੱਖੀ ਔਰ ਮੇਰੇ ਤੇ ਵਿਸ਼ਵਾਸ ਕੀਤਾ। ਸੋ ਸਾਰਾ ਟ੍ਰੀਟਮੈਂਟ ਜਿੰਨਾ ਵੀ ਕਰਦੇ ਆ ਅਸੀਂ ਸਾਰਾ 100% ਜਿਹੜਾ ਉਹ ਮੈਂ ਆਪ ਖੁਦ ਕਰਦਾ। ਜੀ ਸਰ, ਜਿਵੇਂ ਤੁਸੀਂ ਕਿਹਾ ਟ੍ਰੀਟਮੈਂਟ ਵੀ ਤੁਸੀਂ ਖੁਦ ਕਰਦੇ ਹੋ, ਕਈ ਵਾਰੀ ਇੱਦਾਂ ਹੁੰਦਾ ਹੈ ਕਿ ਕੁਝ ਪੇਸ਼ੈਂਟਸ ਕਹਿੰਦੇ ਨੇ ਕਿ ਸਾਨੂੰ ਵੀ ਆਹੀ ਕੁਆਲਿਟੀ ਦੀ ਜਿਹੜੀ ਆ ਕਿਤੇ ਸਸਤੇ ਦੇ ਵਿੱਚ ਮਿਲਦੀ ਆ, ਪਰ ਕਈ ਵਾਰੀ ਕੁਆਲਿਟੀ ਨਾਲੋਂ ਸਮਝੌਤਾ ਕਰ ਲੈਂਦੇ ਆ ਕਿ ਟ੍ਰੀਟਮੈਂਟ ਸੇਮ ਮਿਲ ਰਹੀ ਆ ਪਰ ਕੁਆਲਿਟੀ ਮੈਟਰ ਨਹੀਂ ਕਰਦੀ ਕਿ ਸਸਤੇ ਵੱਲ ਨੂੰ ਭੱਜਦੇ ਆ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਇਹ ਕਿ ਦੰਦਾਂ ਦਾ ਕੰਮ ਹੁੰਦੀ ਹੈ, ਜਦੋਂ ਅਸੀਂ ਕੋਈ ਚੀਜ਼ ਖਾਂਦੇ ਆ ਸਾਡੇ ਸਰੀਰ ਤੱਕ ਅੰਦਰ ਜਾਂਦੀ ਹੈ, ਸਹੀ ਵੇ ਨਾਲ ਅਸੀਂ ਉਹਨੂੰ ਚਿਊ ਨਹੀਂ ਕਰ ਪਾਵਾਂਗੇ ਤਾਂ ਉਹਦੇ ਨਿਊਟ੍ਰੀਸ਼ਨਸ ਵੀ ਸਾਡੀ ਬੋਡੀ ਨੂੰ ਪ੍ਰੋਪਰ ਨਹੀਂ ਮਿਲ ਪਾਉਣਗੇ। ਸੋ ਦੰਦਾਂ ਦੀ ਟ੍ਰੀਟਮੈਂਟ ਵਿੱਚ ਤੁਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਨੂੰ ਕਿੰਨਾ ਕੁ ਸਹੀ ਜਾਂ ਕਿੰਨਾ ਕੁ ਗਲਤ ਠਹਿਰਾਉਂਦੇ ਹੋ? ਮੈਂ ਨਾ ਜੀ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇੱਕ ਪੇਸ਼ੈਂਟ ਕੈਲਗਰੀ ਤੋਂ ਆਏ ਸੀਗੇ, ਉਹਨਾਂ ਨੇ ਮਤਲਬ ਚਲੋ ਮੈਂ ਜਗ੍ਹਾ ਦਾ ਨਾਂ ਨਹੀਂ, ਕਿਸੇ ਦਾ ਨਾਂ ਨਹੀਂ ਲੈਂਦਾ, ਵੀ ਉਹਨਾਂ ਨੇ ਟ੍ਰੀਟਮੈਂਟ ਕਰਵਾਇਆ ਕਿਸੇ ਤੋਂ ਵੀ ਮਤਲਬ ਜਿਹੜੀ ਚੀਜ਼ ਹੈ। ਬਟ ਇਹ ਹੈ ਕਿ ਦੇਖੋ ਮੋਸਟ ਇੰਪੋਰਟੈਂਟ ਚੀਜ਼ ਕੀ ਆ ਜਾਂਦੀ ਹੈ ਕਿ ਪੇਸ਼ੈਂਟ ਨੂੰ ਮਿਸਗਾਈਡ ਨਾ ਕਰੋ। ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਨਾ ਜਗਾੜਬਾਜੀ ਕਰਨੀ, ਜਗਾੜਬਾਜੀ ਵਾਲਾ ਕੰਮ ਨਹੀਂ। ਜੇ ਤੁਸੀਂ ਪੇਸ਼ੈਂਟ ਨੂੰ ਸਹੀ ਗਾਈਡ ਕਰੋਗੇ ਨਾ, ਉਹ ਇੱਕ ਪੇਸ਼ੈਂਟ ਤੁਹਾਨੂੰ 100 ਮਰੀਜ਼ ਦੇਊਗਾ। ਜੇ ਪੇਸ਼ੈਂਟ ਨੂੰ ਤੁਸੀਂ ਮਿਸਗਾਈਡ ਕਰਕੇ ਇੱਕ ਵਾਰੀ ਤਾਂ ਉਹਦੇ ਕੋਲੋਂ ਪੈਸੇ ਲੈ ਲਓਗੇ, ਪਰ ਉਹ ਪੇਸ਼ੈਂਟ ਜਿਹੜਾ ਨਾ ਉਹ ਬੋਲੂਗਾ, ਕਿਉਂਕਿ ਉਹਦਾ ਪੇਸ਼ੈਂਟ ਦਾ ਮਨ ਦੁਖਦਾ ਕਿ ਵੀ ਮੈਨੂੰ ਮਤਲਬ ਜੇ ਡਾਕਟਰ ਨੇ ਸਹੀ ਰਾਏ ਦਿੱਤੀ ਹੁੰਦੀ, ਸਹੀ ਰਾਹ ਪਾਇਆ ਹੁੰਦਾ ਤੇ ਮੈਂ ਖੱਜਲ ਖੁਆਰ ਨਾ ਹੁੰਦਾ। ਬਾਕੀ ਜਿਹੜੀਆਂ ਚੀਜ਼ਾਂ ਨੇ ਕੁਛ ਆ ਜਾਂਦੀਆਂ ਕਿ ਮਤਲਬ ਉਹ ਐਗਜ਼ਾਮਪਲ ਮੈਂ ਦਿੰਦਾ ਕਿ ਉਹ ਪੇਸ਼ੈਂਟ ਇੰਨਾ ਕੁ ਔਖੀ ਹੋਈ, ਲੇਡੀ ਸੀਗੀ, ਕਹਿੰਦੇ ਜੀ ਮਤਲਬ ਮੈਂ 8 ਮਹੀਨੇ ਇੱਕ ਦਾਲ ਦੇ ਉੱਤੇ ਰਹੀ ਆ ਤੇ ਮੈਂ ਉਹ ਤੁਸੀਂ ਦੇਖ ਲਓ ਵੀ ਦਾਲ ਨੂੰ ਚੂਰ ਚੂਰ ਕੇ ਕਿੰਨਾ ਕੁ ਮੈਂ ਰੋਟੀ ਖਾਧੀ ਗਈ ਹੋਣੀ ਹੈ। ਔਰ ਉਹ ਪੇਸ਼ੈਂਟ ਦਾ ਰਿਫਲਕਸ ਹੁੰਦਾ ਸੀਗਾ, ਐਸਿਡ ਬਣਨਾ ਸ਼ੁਰੂ ਹੋ ਗਿਆ ਔਰ ਬੜੀਆਂ ਹੋਰ ਪ੍ਰੋਬਲਮਸ ਆਈਆਂ। ਉਹ ਪੇਸ਼ੈਂਟ ਮੈਂ ਕਿਹਾ ਜੀ ਵੀ ਤੁਸੀਂ ਇੰਪਲਾਂਟਸ ਕਰਾ ਲਓ, ਤੁਹਾਡਾ ਤੁਸੀਂ 3 ਮਹੀਨਿਆਂ ਦੇ ਵਿੱਚ ਆਪਣਾ ਫਰਕ ਦੇਖ ਲਿਆ। ਪੇਸ਼ੈਂਟ ਨੇ ਇੰਪਲਾਂਟਸ ਕਰਾਏ, ਉਹਦੇ ਫਿਕਸ ਦੰਦ ਲੱਗ ਗਏ। 3 ਮਹੀਨੇ ਬਾਅਦ ਉਹਨਾਂ ਨੇ ਮਤਲਬ ਖਾਣਾ ਪੀਣਾ ਤਾਂ ਉਦੋਂ ਹੀ ਥੋੜਾ ਚੇਂਜ ਹੋ ਗਿਆ ਸੀ, ਬਟ 3 ਮਹੀਨੇ ਬਾਅਦ ਪ੍ਰੋਪਰਲੀ ਖਾ ਪੀ ਕੇ ਜਿਹੜਾ ਹੈਗਾ ਉਹਨਾਂ ਦੇ 70% ਬਿਮਾਰੀਆਂ ਪੇਟ ਦੀਆਂ ਜਿਹੜੀਆਂ ਖਤਮ ਹੋ ਗਈਆਂ। ਕਿਉਂਕਿ ਦੰਦਾਂ ਦੇ ਨਾਲ ਤੁਸੀਂ ਜਿਹੜਾ ਖਾਣਾ, ਰੱਬ ਨੇ ਇਹ ਦੰਦਾਂ ਦੀ ਬਖਸ਼ਿਸ਼ ਦਿੱਤੀ ਹੈ, ਇੱਕ ਚੀਜ਼ ਆਪਾਂ ਨੂੰ ਦਿੱਤੀ ਹੈ, ਇਹਦੇ ਨਾਲ ਤੁਸੀਂ ਖਾਣਾ ਚਿਊ ਕਰਕੇ ਚਿੱਥ ਕੇ ਖਾਣਾ, ਔਰ ਉਹ ਜਾ ਕੇ ਅੰਦਰ ਪੇਟ ਨੂੰ ਕਿੰਨਾ ਕੁ ਆਸਾਨ ਹੋਊਗਾ ਉਹਨੂੰ ਅੱਗੇ ਦੀ ਅੱਗੇ ਜਿਹੜਾ ਡਾਈਜੈਸਟ ਕਰ। ਰਾਦਰ ਕੇ ਤੁਸੀਂ ਮਤਲਬ ਖਾਣਾ ਇਹੋ ਜਿਹਾ ਖਾਧਾ ਜਿਹੜਾ ਕਿ ਅੰਦਰ ਜਾ ਕੇ ਪੇਟ ਨੂੰ ਉਹੀ ਜਿਹੜਾ ਦੰਦਾਂ ਦਾ ਜ਼ੋਰ ਆ ਉਹ ਪੇਟ ਨੂੰ ਪਾਉਣਾ ਪੈ ਰਿਹਾ ਕਿ ਉਹਨੂੰ ਡਾਈਜੈਸਟ ਕਿਵੇਂ ਕਰਨਾ। ਸੋ ਬੜੀਆਂ ਇਹ ਲਿੰਕਡ ਬਿਮਾਰੀਆਂ ਨੇ। ਜਿੰਨਾ ਤੁਸੀਂ ਆਪਣੇ ਦੰਦ ਵਧੀਆ ਰੱਖੋਗੇ, ਵੇਖੋ ਇਹ ਗਹਿਣਾ, ਅੱਖਾਂ ਹੋ ਗਈਆਂ, ਦੰਦ ਹੋ ਗਿਆ, ਹਰ ਚੀਜ਼ ਮਤਲਬ ਹਰ ਔਰਗਨ ਜਿਹੜਾ ਹੈ ਸਰੀਰ ਦਾ ਉਹ ਰੱਬ ਨੇ ਇੱਕ ਗਹਿਣਾ ਦਿੱਤਾ ਹੈ। ਸੋ ਦੰਦਾਂ ਦਾ ਮੈਂ ਕਹਿੰਦਾ ਕਿ ਜਿੰਨੀ ਸੰਭਾਲ ਕਰੋਗੇ,
ਸਾਡੇ ਤਾਈਂ ਨੌਬਤ ਹੀ ਨਾ ਆਵੇ ਤੁਹਾਡੇ ਕੋਲ ਤੁਹਾਨੂੰ ਪਹੁੰਚਣ ਦੀ, ਉਨਾ ਹੀ ਤੁਸੀਂ ਆਪਣਾ ਸੰਭਾਲ ਸਕਦੇ ਹੋ। ਦੰਦਾਂ ਨੂੰ ਕਲੀਨ ਕਰੋ, ਦੰਦਾਂ ਨੂੰ ਮਤਲਬ ਫਲੌਸ ਕਰੋ, ਮਾਊਥ ਵਾਸ਼ ਕਰੋ। ਜਿੰਨੀ ਸਫਾਈ ਰੱਖੋਗੇ ਉਨੀ ਇਹਨਾਂ ਦੀ ਉਮਰ ਵੱਧ ਜੂ। ਜੀ ਬਾਕੀ ਤਾਂ ਜਦੋਂ ਮਤਲਬ ਹਾਲਾਤ ਇਹ ਜੇ ਬਣ ਜਾਂਦੇ, ਕਈ ਵਾਰੀ ਨਹੀਂ ਪਤਾ ਲੱਗਦਾ ਵੀ ਦੰਦ ਚਲੇ ਜਾਂਦੇ ਆ, ਤੇ ਫਿਰ ਤੁਸੀਂ ਆ ਕੇ ਕਰਵਾ ਸਕਦੇ ਹੈਗੇ ਟ੍ਰੀਟਮੈਂਟ ਜਾਂ ਇੰਪਲਾਂਟ ਕਰਵਾਉਣਾ। ਜੀ ਬਿਲਕੁਲ ਸਰ, ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਦੀ ਅਸੀਂ ਕਾਲ ਅਟੈਂਡ ਕਰ ਲਈਏ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਟੀਵੀ ਤੇ ਤੁਹਾਡੀ ਡਾਕਟਰ ਸਾਹਿਬ ਦੀ ਇੰਟਰਵਿਊ ਸੁਣ ਰਹੀ ਸੀ ਜੀ ਮੈਮ। ਦੰਦਾਂ ਬਾਰੇ। ਜੀ। ਤੁਹਾਡੇ ਆਫਿਸ ਕਿੱਥੇ ਕਿੱਥੇ ਨੇ? ਬਿਲਕੁਲ ਮੈਮ, ਤੁਸੀਂ ਬੋਲ ਕਿੱਥੇ ਰਹੇ ਹੋ? ਮੈਂ ਯੂਐਸਏ ਤੋਂ ਬੋਲ ਰਹੀ USA ਤੋਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤੀ ਹੈ ਮੈਮ। ਵੈਸੇ ਰਣਦੀਪ ਮਾਨ ਦੇ ਨਾਮ ਦੇ ਨੀਚੇ ਉਹਨਾਂ ਦੇ ਫੋਨ ਨੰਬਰਸ ਲਿਖੇ ਹੋਏ ਨੇ, ਤੁਸੀਂ ਉੱਥੇ ਵੀ ਕਾਲ ਕਰਕੇ ਉਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ, ਪਰ ਅਸੀਂ ਆਫਿਸਿਸ ਦੇ ਬਾਰੇ ਵਿੱਚ ਵੀ ਜ਼ਰੂਰ ਜਾਣਾਂਗੇ। ਇੱਕ ਵਾਰ ਤੁਸੀਂ ਨੰਬਰ ਦੇ ਸਕਦੇ ਹੋ ਜੇ? ਜੀ ਮੈਮ, ਤੁਸੀਂ ਜਿੱਥੇ ਪ੍ਰੋਗਰਾਮ ਦੇਖ ਰਹੇ ਹੋ ਨਾ, ਉੱਥੇ ਡਾਕਟਰ ਮਾਨ ਦੇ ਨਾਮ ਦੇ ਹੇਠਾਂ ਹੀ ਲਿਖਿਆ ਹੋਇਆ ਰਣਬਾਜ ਹਸਪੀਟਲ। ਫੋਨ ਨੰਬਰ ਹੈਗਾ ਜੀ 01191, ਇੰਡੀਆ ਦਾ ਕੋਡ ਲਗਾਇਆ ਹੋਇਆ। ਸੋ ਉਹ ਸਾਰੇ ਨੰਬਰ ਨਾਲ ਲਿਖੇ ਹੋਏ ਆ, WhatsApp ਨੰਬਰ ਵੀ ਤੇ ਨਾਲ ਕੈਨੇਡਾ ਦਾ ਨੰਬਰ ਵੀ। ਤੁਸੀਂ ਪ੍ਰੋਗਰਾਮ ਦੇਖਦੇ ਰਹੋ ਡਾਕਟਰ ਮਾਨ ਤੋਂ। ਅਸੀਂ ਪ੍ਰੋਗਰਾਮ ਦੇ ਅਖੀਰ ਵਿੱਚ ਇੱਕ ਵਾਰ ਫਿਰ ਤੋਂ ਨੰਬਰ ਬੁਲਵਾ ਲਾਂਗੇ, ਨੋਟ ਤੁਸੀਂ ਇੱਕ ਵਾਰ ਫਿਰ ਤੋਂ ਕਰ ਲਿਓ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਜੀ। ਜੀ ਸਰ, ਅਸੀਂ ਗੱਲ ਕਰ ਰਹੇ ਸੀ ਡੈਂਟਲ ਟ੍ਰੀਟਮੈਂਟ ਦੇ ਬਾਰੇ ਵਿੱਚ। ਸਰ ਮੈਂ ਇਹ ਜ਼ਰੂਰ ਜਾਣਨਾ ਚਾਹੂੰਗੀ, ਕਿਉਂਕਿ ਇੱਕ ਹੁੰਦਾ ਹੈ ਕਿ ਇੱਕ ਦੰਦ ਲਗਾਉਣਾ ਤੇ ਇੱਕ ਹੁੰਦਾ ਪੂਰਾ ਡੈਂਚਰ ਤੁਸੀਂ ਲਗਵਾਉਣਾ। ਕਿੰਨੇ ਕੁ ਟਾਈਮ ਦਾ ਇਹ ਪ੍ਰੋਸੈਸ ਹੁੰਦਾ ਇੱਕ ਦੰਦ ਤੋਂ ਲੈ ਕੇ ਪੂਰਾ ਡੈਂਚਰ ਲਗਾਉਣ ਤੱਕ ਦਾ? ਦੇਖੋ, ਜਿਹੜਾ ਇੱਕ ਦੰਦ ਹੈ ਜੀ, ਉਹ ਤਾਂ ਕੁਝ ਘੰਟਿਆਂ ਦਾ ਹੀ ਕੰਮ, 3-4 ਘੰਟੇ ਦੇ ਵਿੱਚ ਅਸੀਂ ਕੰਪਲੀਟ ਕਰ ਦਿੰਦੇ ਹੈਗੇ। ਜਿਹੜਾ ਪੂਰਾ ਉੱਪਰ ਥੱਲੇ ਵਾਲਾ ਜੋੜਾ ਹੈਗਾ, ਉਹਨੂੰ ਜੇ ਕੰਪਲੀਟ ਦੰਦ ਲਵਾਉਣੇ ਆ, ਉਹ 1 ਹਫ਼ਤੇ ਦੇ ਵਿੱਚ ਸਾਡਾ ਬਣ ਕੇ ਤਿਆਰ ਹੋ ਕੇ ਪੇਸ਼ੈਂਟ ਨੂੰ ਫਿਕਸ ਕਰਕੇ ਅਸੀਂ ਫ੍ਰੀ ਕਰ ਦਿੰਦੇ। ਬਾਕੀ ਪੇਸ਼ੈਂਟ ਦੀ ਕਾਲ ਆਈ ਸੀਗੀ, ਇਹਨਾਂ ਮਤਲਬ ਕੋਈ ਗੱਲ ਕਰਨਾ ਚਾਹੁੰਦੇ ਆ। ਮੈਂ ਨੰਬਰ ਰਿਪੀਟ ਕਰ ਦਿੰਦਾ ਹੈਗਾ ਜੀ, 01191 9779 000552। ਇਹ ਮੇਰੇ ਖਿਆਲ ਨਾਲ ਸਕਰੀਨ ਦੇ ਉੱਤੇ ਨੰਬਰ 552 ਦੀ ਥਾਂ ਤੇ ਕੱਲਾ 52 ਆ ਰਿਹਾ ਜੀ। ਜੀ ਬਿਲਕੁਲ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਿ ਕੇ ਜ਼ਰੂਰ ਇਹ ਚੇਂਜ ਕਰਵਾਵਾਂਗੇ ਮਿਸਟੇਕ। ਇੱਕ ਵਾਰੀ ਫਿਰ ਤੋਂ ਦੱਸ ਦਈਏ ਜੀ, ਡਾਕਟਰ ਮਾਨ ਦੇ ਫੋਨ ਨੰਬਰਸ ਨਾਲ ਨੀਚੇ ਲਿਖੇ ਹੋਏ ਨੇ। ਸਰ ਇੱਕ ਵਾਰੀ ਕੈਨੇਡਾ ਦਾ ਨੰਬਰ ਵੀ ਜ਼ਰੂਰ ਦੱਸ ਦਿਓ ਤੇ ਇੰਡੀਆ ਦਾ ਨੰਬਰ, ਤੇ ਕਿੱਥੇ ਤੁਹਾਡਾ ਇਸ ਵਕਤ ਰਣਬਾਜ ਹਸਪੀਟਲ ਦਾ ਆਫਿਸ ਹੈਗਾ ਉਹ ਵੀ ਜ਼ਰੂਰ ਦੱਸ ਦਿਓ। ਰਣਬਾਜ ਹਸਪੀਟਲ ਮੋਹਾਲੀ 에ਅਰਪੋਰਟ ਦੇ ਬਿਲਕੁਲ ਨਾਲ ਹੈ ਜੀ। ਬਾਕੀ ਆਫਿਸ ਸਾਡਾ ਚੰਡੀਗੜ੍ਹ ਵੀ ਆ, ਜ਼ੀਰਕਪੁਰ ਵੀ ਆ, ਤੇ ਇਸ ਏਰੀਆ ਦੇ ਵਿੱਚ ਹੀ ਆ ਮੇਨ ਜਿਹੜੇ ਹੈਗੇ ਆ। ਸੋ ਜਿਹੜਾ ਸਾਡਾ ਮੇਨ ਹਸਪੀਟਲ ਜਿੱਥੇ ਪੇਸ਼ੈਂਟ ਆ ਕੇ ਰਹਿੰਦੇ ਆ ਔਰ ਸਾਰਾ ਕੰਪਲੀਟ ਟ੍ਰੀਟਮੈਂਟ ਕਰਾਉਂਦੇ ਹੈਗੇ ਆ, ਉਹ ਰਣਬਾਜ ਹਸਪੀਟਲ ਮੋਹਾਲੀ 에ਅਰਪੋਰਟ ਦੇ ਨਾਲ ਜੀ। ਤੇ ਜਦੋਂ ਸਰ ਤੁਸੀਂ ਫਾਲੋ ਅਪ ਕਰਨ ਲਈ ਆਉਂਦੇ ਹੋ, ਕਿਹੜੀਆਂ ਕੰਟਰੀਜ਼ ਵਿਜ਼ਿਟ ਕਰਦੇ ਹੋ ਉਹ ਵੀ ਦੱਸ ਦਿਓ। ਫਾਲੋ ਅਪ ਵਾਸਤੇ ਤਾਂ ਜੀ ਹੁਣ ਦਾਇਰਾ ਹੀ ਬਹੁਤ ਵੱਡਾ ਹੋ ਗਿਆ। ਮੈਨੂੰ ਮਤਲਬ ਇੱਕ ਆਸਟ੍ਰੇਲੀਆ ਹੀ ਰਹਿ ਗਿਆ ਸੀਗਾ ਜਿਹੜਾ ਮੇਰਾ ਹੁਣ ਸ਼ੁਰੂ ਨਹੀਂ ਹੋਇਆ। ਬਾਕੀ ਕੈਨੇਡਾ, USA, UK, ਇਹ ਤਾਂ ਇਹ ਤਾਂ ਮੈਨੂੰ ਵਿਜ਼ਿਟ ਕਰਨਾ ਹੀ ਪੈ ਰਿਹਾ ਹੁਣ। ਆਸਟ੍ਰੇਲੀਆ ਮੈਨੂੰ ਪੇਸ਼ੈਂਟ ਤਕਰੀਬਨ 1000 ਕੁ ਫੈਮਿਲੀ ਆਸਟ੍ਰੇਲੀਆ 'ਚ ਹੋ ਗਈ ਹੈ। ਸੋ ਆਈ ਹੈਵ ਟੂ ਸਟਾਰਟ ਫੋਲੋਇੰਗ ਅਪ देयर ਆਲਸੋ। ਉਹ ਕਿਉਂਕਿ ਮੇਰੇ ਮਤਲਬ ਗੋਲ ਹੈ ਕਿ ਪੇਸ਼ੈਂਟ ਦਾ ਇਕੱਲਾ ਇਲਾਜ ਨਾ ਕੀਤਾ ਜਾਵੇ, ਉਹ ਪੇਸ਼ੈਂਟ ਦਾ 6-8 ਮਹੀਨੇ ਸਾਲ ਪ੍ਰੋਪਰ ਫੋਲੋ ਅਪ ਹੋਵੇ, ਤਾਂ ਕਿ ਜਿਹੜਾ ਪੇਸ਼ੈਂਟ ਦਾ ਸਕਸੈਸ ਰੇਟ ਵਧੇ। ਜੀ ਬਿਲਕੁਲ ਸਰ, ਤੇ ਪ੍ਰੋਗਰਾਮ 'ਚ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਜਾਣ ਤੋਂ ਪਹਿਲਾਂ ਤੁਸੀਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਮੈਂ ਸਾਰੇ ਦਰਸ਼ਕਾਂ ਨੂੰ ਮੇਰੀ ਜਿਹੜੀ ਬੇਨਤੀ ਹੈ ਕਿ ਤੁਸੀਂ ਜਿਵੇਂ ਪਹਿਲਾਂ ਗੱਲ ਕੀਤੀ ਸੀਗੀ, ਕੋਈ ਵੀ ਟ੍ਰੀਟਮੈਂਟ ਕਰਾਉਣਾ, ਕੋਈ ਵੀ ਗੱਲ ਕਰਨੀ ਆ, ਤੁਸੀਂ ਕਾਈਂਡਲੀ ਪਹਿਲਾਂ ਅਪਾਇੰਟਮੈਂਟ ਕੁਛ ਦੇਰ ਪਹਿਲਾਂ ਅਪਾਇੰਟਮੈਂਟ ਜ਼ਰੂਰ ਲੈ ਲਓ, ਮੇਰੇ ਨਾਲ ਗੱਲਬਾਤ ਕਰ ਲਓ, ਔਰ ਉਸ ਤੋਂ ਬਾਅਦ ਜਿਹੜਾ ਹੈਗਾ, ਤਾਂ ਕਿ ਤੁਹਾਡਾ ਵਕਤ ਜ਼ਾਇਆ ਨਾ ਹੋਵੇ। ਬਾਕੀ ਜਦੋਂ ਤੁਸੀਂ ਆਉਨੇ ਹੋ, ਜਦੋਂ ਟਰੈਵਲ ਕਰਦੇ ਹੋ, ਦੇਖੋ ਆਪਣਾ ਖਿਆਲ ਰੱਖੋ, ਮਾਸਕ ਪਾਓ, ਗਲਵਸ ਪਾਓ, ਔਰ ਆਪਣੇ ਆਪ ਨੂੰ ਜਿਹੜਾ ਹੈਗਾ ਜਿੰਨਾ ਸੇਫ ਰੱਖ ਸਕਦੇ ਹੋ ਉਹਨੂੰ ਆਪਣੇ ਆਪ ਨੂੰ ਸੇਫ ਰੱਖੋ। ਔਰ ਅਸੀਂ ਤੁਹਾਡੀ ਸੇਵਾ ਵਾਸਤੇ ਹਾਜ਼ਰ ਹਾਂ। ਅਸੀਂ ਆਪਦੀ ਜਿੰਦ ਜਾਨ ਲਾ ਕੇ ਤੁਹਾਡੀ ਸੇਫਟੀ ਜਿਹੜੀ ਹੈ ਸਾਡੇ ਵਾਸਤੇ ਇੱਕ ਬੁੱਕ ਹੈ। ਅਸੀਂ ਉਹ ਸੇਫਟੀ ਤੋਂ ਬਾਅਦ ਸਾਰਾ ਜਿਹੜਾ ਪ੍ਰੋਸੀਜਰ ਆਉਂਦਾ ਹੈਗਾ, ਉਹ ਸੇਵਾਵਾਂ ਤੁਹਾਨੂੰ ਸਾਰੀਆਂ ਪ੍ਰੋਵਾਈਡ ਕਰਾਂਗੇ। ਬਾਕੀ ਕਹਿੰਦੇ ਅਕਾਲ ਪੁਰਖ ਮੂਹਰੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਮਿਹਰ ਕਰਨ ਔਰ ਸੁੱਖੀ ਸ਼ਾਂਤੀ ਮਤਲਬ ਉਹ ਸਮਾਂ ਜਿਹੜਾ ਹੈਗਾ ਸਾਰੇ ਸੁੱਖੀ ਸ਼ਾਂਤੀ ਨਾਲ ਆਪਣਾ ਇਹ ਜਿਹੜਾ ਟਾਈਮ ਲੰਘ ਜੇ ਔਰ ਖੁਸ਼ੀਆਂ ਭਰਾ ਮਾਹੌਲ ਫੇਰ ਆਵੇ। ਬਿਲਕੁਲ ਸਰ, ਤੇ ਜੇ ਕੋਈ ਪੇਸ਼ੈਂਟ ਇਸ ਵਕਤ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਕਿਸ ਟਾਈਮ ਗੱਲ ਕਰ ਸਕਦਾ, ਤੇ ਅਪਾਇੰਟਮੈਂਟਸ ਕੀ ਉਹਨਾਂ ਨੂੰ ਮਿਲ ਰਹੀਆਂ ਨੇ?
ਮੈਂ ਅਪਾਇੰਟਮੈਂਟਸ ਬਿਲਕੁਲ ਉਹਨਾਂ ਦੇ ਚੱਲ ਰਹੀਆਂ ਜੀ। ਹੁਣ ਵੀ ਕਈ ਪੇਸ਼ੈਂਟਸ ਹੈਗੇ ਜਿਨ੍ਹਾਂ ਨੇ ਅਗਸਤ ਸਤੰਬਰ ਦੀਆਂ ਕੁਝ ਮਿਲਣਾ ਚਾਹੁੰਦੇ ਆ, ਕਿਉਂਕਿ ਸਾਰੇ ਮੇਰੇ ਕੋਲ ਐਕਸਪੈਕਟ ਕਰ ਰਹੇ ਹੈਗੇ ਕਿ ਜੁਲਾਈ ਦੇ ਵਿੱਚ ਜਦੋਂ ਹੀ ਫਲਾਈਟਸ ਖੁੱਲੀਆਂ, ਕਿਉਂਕਿ ਮੈਂ ਵੀ ਆਪਦੀ ਤਿਆਰੀ ਰੱਖੀ ਵੀ ਹੈ ਕਿ ਫਲਾਈਟਸ ਖੁੱਲਣਗੀਆਂ, ਕਿਉਂਕਿ ਮੇਰੇ ਪੇਸ਼ੈਂਟਸ ਵੀ ਵੇਟ ਕਰਦੇ ਹੈਗੇ, ਮੈਂ ਵੀ ਉਹਨਾਂ ਨੂੰ ਮਿਲਣਾ ਹੈਗਾ। ਸੋ ਨਾਲ ਦੀ ਨਾਲ ਮੇਰੀ ਵਿਜ਼ਿਟ ਕੈਨੇਡਾ ਦੀਆਂ ਸ਼ੁਰੂ ਹੋ ਜਾਣੀਆਂ, USA ਦੀਆਂ ਹੋ ਜਾਣੀਆਂ ਨੇ। USA ਤਾਂ ਚਲੋ ਦੇਖਦੇ ਆ, ਪਤਾ ਨਹੀਂ ਕਦੋਂ ਮਤਲਬ ਇਹ ਸ਼ੁਰੂ ਹੁੰਦਾ, ਪਰ ਕੈਨੇਡਾ ਦੀ ਜ਼ਰੂਰ ਮੈਂ ਜਲਦੀ ਹੀ ਸ਼ੁਰੂ ਕਰ ਲਵਾਂਗਾ। ਜੀ ਬਿਲਕੁਲ ਸਰ, ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਸਾਡੇ ਨਾਲ ਜੁੜੇ ਹੋ ਤੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ ਤਰਨ, ਐਂਡ ਬਹੁਤ ਬਹੁਤ ਧੰਨਵਾਦ ਹਮਦਰਦ ਮੀਡੀਆ ਗਰੁੱਪ ਦਾ, ਕਿ ਤੁਸੀਂ ਸਾਰੇ ਦਰਸ਼ਕਾਂ ਨਾਲ ਮੈਨੂੰ ਰੂਬਰੂ। ਜੀ ਬਹੁਤ ਬਹੁਤ ਸ਼ੁਕਰੀਆ ਸਰ। ਆਪਣੇ ਦਰਸ਼ਕਾਂ ਨੂੰ ਵੀ ਅਸੀਂ ਦੱਸ ਦਈਏ ਕਿ ਜੇਕਰ ਤੁਸੀਂ ਰਣਬਾਜ ਹਸਪੀਟਲ ਕੰਟੈਕਟ ਕਰਨਾ ਚਾਹੁੰਦੇ ਹੋ ਡਾਕਟਰ ਰਣਦੀਪ ਮਾਨ ਦੇ ਨਾਲ, ਤਾਂ ਉਹਨਾਂ ਦੇ ਨਾਮ ਦੇ ਨੀਚੇ ਉਹਨਾਂ ਦੇ ਫੋਨ ਨੰਬਰ ਲਿਖੇ ਹੋਏ ਨੇ। ਮੈਂ ਇੱਕ ਵਾਰ ਫਿਰ ਤੋਂ ਬੋਲ ਦੇਵਾਂ, ਜਿਹੜਾ ਇੰਡੀਆ ਦਾ ਨੰਬਰ ਹੈ ਜੀ 9779 00552, ਇੰਡੀਆ ਦਾ ਨੰਬਰ ਹੈ, ਕੋਡ ਲਗਾ ਲਿਓ ਜੇ ਤੁਸੀਂ ਬਾਹਰ ਰਹਿੰਦੇ ਹੋ। ਤੇ ਜਿਹੜਾ ਕੈਨੇਡਾ ਦਾ ਨੰਬਰ ਹੈ ਜੀ ਉਹ ਹੈ 647 622 8065। ਸੋ ਇਹਨਾਂ ਨੰਬਰਸ ਦੇ ਉੱਤੇ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ ਜੀ 3 ਤੋਂ ਲੈ ਕੇ 4 ਵਜੇ ਤੱਕ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਗੱਲਬਾਤ ਕਰਾਂਗੇ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।